सरकार ने कहता ਜਿਹੜਾ ਜਨ ਹਾਊਸ ਸੀ ਇਹ ਜਨ ਹਾਊਸ ਕੋਈ ਪੰਥਕ ਮੁੱਦੇ ਤੇ ਨਹੀਂ। ਉਹ ਕਹਿੰਦੇ ਗੁਰਬਾਣੀ ਪ੍ਰਸਾਦ ਦੇ ਮਾਮਲੇ ਤੇ ਗੱਲ ਨਹੀਂ ਹੋਈ, ਇੱਕ ਪਰਿਵਾਰ ਨੂੰ ਬਚਾਉਣ ਦੇ ਲਈ ਉਸ ਮਾਮਲੇ ਸਾਰਾ ਕੁਝ ਕੀਤਾ ਗਿਆ। उसका भी गुरबाणी च लिखा है कुत्ता राज बहालीए तां चक्की चक हाल पंजाब च होई होया है। जनता ने ऐसे लोगों के हाथ च राज देता है जिन्होंने लोगों के कामों की फिक्र नहीं है। वो पंजाब दे विच अज ड्रग्स के मामले चल रहे हैं, जिस तरीके नाल अज बच्चे मर रहे हैं, उन्होंने फिक्र नहीं है। अज जिस तरीके नाल गोदियां मंगियां जा रही हैं, कतरे हो रहे हैं, लुट्टां खुआं हो रही हैं, उस चीज़ का कोई फिक्र नहीं है। लेकिन उन्होंने सारी चीज़ों तो लोगों का ध्यान हटाने वास्ते आ जिहड़े पुठे काम ने वो शुरू हो गए हैं। जो हरियाणे च होया दत्तवाल वर्गे जिहड़े लोग सी कहते सी असीं भी आज़ाद कराउणी है, आज़ाद कराउणी कमेटी जी अज किहदे कोल किते महंतां दे कोल कमेटी देती जिहड़े जाके खट्टर दे पैरी पैंदे ने उत्थे मत्थे टेकदे ने ते अज दादूवाल वर्गे मुखी लोग कढ के बाहर सुੱਟਦੇ बिल्कुल। ते मसंद किहड़े ने? मसंद यही ने जिहड़े अज गुरुद्वारा उत्ते कब्जे करन तुरे फिरदे ने जी। वो अपनी पार्टी च भी मता पा दिंदे ते वो अपनी असैंबली च भी पाउंदे। उन्हां दे MLA जिहड़े ने वो पिंड पिंड जाके प्रचार करते इस किस्म का कि देखो जी धक्के नाल एक परिवार ही गुरबाणी कीर्तन ले कर रहा और ਉਹਦੇ ਕੋਲੋਂ ਡਾਲਰ ਕਮਾ ਰਿਹਾ। इस किस्म की गल उन्होंने करनी चाहिए सी। देखो ये PTC वाले दावा करते हैं कि असी सारी दुनिया में कीर्तन सुनाते हैं सिखां नूं। ठीक है, सिखां नूं कीर्तन सुनाते होंगे, पर मैं ये नहीं मान सकता कि सारे दुनिया सुनाते होंगे। जिवें सरकार ने कल के इजलास नूं इस तरह परिभाषित किया, उन्होंने कहा कि जे एक परिवार नूं बचाउण दी जिहड़ी कवायद आ, मान लो फर्ज करो भी सरकार की मंशा जिहड़ी आ वो सिर्फ बादल परिवार दे कोलों गुरुद्वारियां नूं मुक्त कराउणा ही होवे जी, ਜਾਂ ਉਹਦਾ ਟਾਰਗੇਟ ਬਾਦਲ ਪਰਿਵਾਰ ਹੋਵੇ ਜਾਂ ਬਾਦਲ ਪਰਿਵਾਰ ਦੇ ਸ਼ਾਸਨ ਦੌਰਾਨ ਹੋਈਆਂ ਬੇਨਿਯਮੀਆਂ ਹੋਣ, ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮੁੱਦੇ ਤੇ ਇਹਨਾਂ ਕਿੰਨਾ ਕੁਝ ਢਕਾਉਣ ਜਿਹੜਾ ਕਿਹਾ। ਜਾਂ ਕੁਝ ਦਿਨ ਪਹਿਲਾਂ ਜਿਹੜੇ ਉਹਦੇ ਗਵਾਹ ਆ ਉਹਨਾਂ ਕਹਿ ਦਿੱਤਾ ਕਿ ਜਿਹੜੇ ਸਾਡੇ ਕੋਲੋਂ ਜਿਹੜਾ ਉਹ ਬਾਦਲ ਪਰਿਵਾਰ ਨੂੰ ਟਾਰਗੇਟ ਕਰਨ ਦੇ ਲਈ ਜਿਹੜਾ ਉਹ ਗੁੰਮਰਾਹ ਕਰਕੇ ਦਸਤਖਤ ਕਰਾਏ ਗਏ। ਦੱਸੋ ਕਿੰਨੀ ਫੂਕ ਨਿਕਲ ਗਈ। ਇਹ ਸਰਕਸ ਸਮਝ ਰਹੇ ਸਰਕਾਰ ਨੂੰ, ਜਿਹੜੇ ਸਰਕਸ ਜਾਂ ਕਮੇਡੀ ਸ਼ੋਅ ਦੇ ਵਿੱਚ ਕੁਝ ਪਲਾਂ ਦੇ ਲਈ ਲੋਕਾਂ ਦਾ ਮਨੋਰੰਜਨ ਕਰਨ ਲਈ ਜਿਹੜੇ ਡਾਇਲਾਗ ਘੜੇ ਜਾਂਦੇ ਆ, ਇਸ ਤਰੀਕੇ ਦੇ ਨਾਲ ਕਰ ਰਹੇ ਆ। ਜੇਕਰ ਸੱਚੀ ਮੁੱਚੀ ਮਾਨ ਸਰਕਾਰ ਕੁਝ ਸੰਜੀਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਕੇਂਦਰ ਸਰਕਾਰ ਨੂੰ ਲਿਖੇ, ਹਾਂਜੀ ਜੋ ਕਰਨਾ ਬਣਦਾ, ਜੋ ਲੀਗਲੀ ਕਰਨਾ ਬਣਦਾ, ਜਿਹੜੀਆਂ ਚੋਣਾਂ 10 ਸਾਲ ਤੋਂ ਨਹੀਂ ਹੋ ਸਕੀਆਂ। ਸੋ ਇਹ ਇਸ ਤਰੀਕੇ ਦੇ ਨਾਲ ਇਹ ਬਾਦਲ ਪਰਿਵਾਰ ਨਹੀਂ, ਇਹਨਾਂ ਦਾ ਟਾਰਗੇਟ ਹੈ ਪੰਥ ਆ ਤੇ ਪੰਥ ਦੀਆਂ ਸੰਸਥਾਵਾਂ ਨੇ। ਆਪਾਂ ਦੇਖ ਰਹੇ ਹਾਂ ਕਿ 14 ਸਾਲ ਤੋਂ ਗੁਰਬਾਣੀ ਦਾ ਜਿਹੜਾ ਵਪਾਰ ਹੋ ਰਿਹਾ, ਇੱਕ ਪਰਿਵਾਰ ਵਪਾਰ ਕਰ ਰਿਹਾ। ਅਸੀਂ ਸਾਰੇ ਬੇਬਸ ਹਾਂ। ਹੁਕਮਨਾਮਾ ਜਥੇਦਾਰ ਸਾਹਿਬ ਨੇ ਕਰਤਾ, ਸ਼੍ਰੋਮਣੀ ਕਮੇਟੀ ਨੇ ਹੁਕਮਨਾਮਾ ਵੀ ਮੰਨਣ ਤੋਂ ਇਨਕਾਰ ਕਰਤਾ। ਕਹਿੰਦੇ ਜੀ ਅਸੀਂ ਤਾਂ ਦੇਖ ਹੀ ਨਹੀਂ ਰਹੇ, ਸਾਨੂੰ ਤਾਂ ਹੁਕਮਨਾਮਾ ਦਿਖ ਹੀ ਨਹੀਂ ਰਿਹਾ। ਹੁਣ ਅੱਜ ਪੋਜੀਸ਼ਨ ਇਹ ਆ ਗਈ ਹੈ ਕਿ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਮਤਾ ਕਰਤਾ ਹੈ ਕਿ ਗੁਰਬਾਣੀ ਫ੍ਰੀ ਹੋਣੀ ਚਾਹੀਦੀ ਹੈ। ਉਸ 'ਤੇ ਵੱਡਾ ਇਤਰਾਜ਼ ਹੋ ਗਿਆ, ਬਹਾਨਾ ਇਹ ਲੈ ਲਿਆ ਕਿ ਸਰਕਾਰ ਦਖਲ ਦੇ ਰਹੀ ਹੈ। ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਹ ਖਬਰਾਂ ਆ ਰਹੀਆਂ ਕਿ PTC ਜਿਹੜਾ ਹੈ ਖੁਦ ਹੀ ਬਾਹਰ ਹੋ ਰਿਹਾ ਕਿ ਜੀ ਸਾਨੂੰ ਛੁੱਟੀ ਬਖਸ਼ੋ, ਅਸੀਂ ਵਾਪਸ ਜਾ ਰਹੇ ਹਾਂ। ਪਰ ਸ਼੍ਰੋਮਣੀ ਕਮੇਟੀ ਨਹੀਂ ਕਹਿ ਰਹੀ ਕਿ ਅਸੀਂ ਵਪਾਰ ਬੰਦ ਕਰਾਂਗੇ। ਅੱਜ ਤੱਕ ਸ਼੍ਰੋਮਣੀ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਮਤਾ ਨਹੀਂ ਪਾਸ ਕੀਤਾ। ਅੱਜ ਤੱਕ ਮੰਗ ਨਹੀਂ ਕੀਤੀ ਕਿ ਦੋਸ਼ੀ ਫੜੇ ਜਾਣ, ਤੇ ਇਹਦੇ ਲਈ ਉਹ ਮੋਰਚਾ ਲਾ ਰਹੇ ਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਤਾਂ ਚੁੱਪ ਕਰਕੇ ਬੈਠੇ ਆ। ਹਰਿਆਣਾ ਕਮੇਟੀ ਦੇ ਵਿੱਚ ਬੁੱਟਰ ਸਾਹਿਬ ਕਹਿ ਰਹੇ ਆ ਕਿ ਬਈ ਹਰਿਆਣਾ ਕਮੇਟੀ ਜਿਹੜੀ ਆ ਹਰਿਆਣੇ ਨੇ ਬਣਾਤੀ, ਖਾਲੀ ਹਰਿਆਣਾ ਕਮੇਟੀ ਨਹੀਂ ਬਣਾਈ, ਗੁਰਦੁਆਰਾ ਸਾਹਿਬ ਵੀ ਖੋਲੇ। ਤੁਹਾਨੂੰ ਕੱਢਤਾ ਉੱਥੋਂ ਉਹਨਾਂ ਨੇ, ਕਿਸ ਤਰੀਕੇ ਦੇ ਨਾਲ ਕਟਰ ਦਿਖਾਏ ਗਏ, ਕਟਰਾਂ ਦੇ ਨਾਲ ਗੋਲਕਾਂ ਤੋੜੀਆਂ ਗਈਆਂ, ਸਭ ਕੁਝ ਸਾਹਮਣੇ ਆ ਸਾਡੇ। ਲੇਕਿਨ ਇਹ ਪ੍ਰਧਾਨ ਸਾਹਿਬ ਤੇ ਇਹਨਾਂ ਦੀ ਪੂਰੀ ਕਮੇਟੀ ਨੀਵੀਂ ਪਾ ਕੇ ਬੈਠੀ ਰਹੀ। ਤੇ ਅੱਜ ਜੇ ਇਹਨਾਂ ਨੂੰ ਗੁਰਬਾਣੀ ਦਾ ਵਪਾਰ ਕਰਨ ਲਈ ਜੇ ਕੋਈ ਬੰਦਾ ਕਹਿ ਰਿਹਾ ਕਿ ਵੀ ਵਪਾਰ ਨਹੀਂ ਕਰਨਾ, ਤੇ ਉਸ ਦੇ ਉੱਪਰ ਇਹ ਕਹਿ ਰਿਹਾ ਕਿ ਜੀ ਅਸੀਂ ਆਪਣੇ ਜਿਹੜੇ ਆਕਾ ਹੈਗੇ ਉਹਨਾਂ ਨੂੰ ਖੁਸ਼ ਕਰਨ ਲਈ ਜਾਂ ਉਹਨਾਂ ਨੂੰ ਵਾਪਸ ਸੱਤਾ ਦੇ ਵਿੱਚ ਲਿਆਉਣ ਲਈ, ਉਹਨਾਂ ਨੂੰ ਵਾਪਸ ਹੀਰੋ ਬਣਾਉਣ ਲਈ ਮੋਰਚਾ ਲਾਵਾਂਗੇ। ਸੋ ਮੇਰੀ ਬੇਨਤੀ ਇਹ ਹੈ ਕਿ ਪੰਥ ਨੂੰ ਹੋਰ ਇਸਤੇਮਾਲ ਨਾ ਕਰੋ। ਪੰਥ ਨੇ ਤੁਹਾਡੇ ਨਾਲ ਨਹੀਂ ਖੜਨਾ ਤੇ ਤੁਹਾਨੂੰ ਫਿਰ ਨਮੋਸ਼ੀ ਦੇਖਣੀ ਪੈਣੀ ਹੈ। ਸ਼੍ਰੋਮਣੀ ਕਮੇਟੀ ਜਿਹੜੀ ਹਰਿਆਣੇ 'ਚ ਉਹ ਕਬਜ਼ਾ ਕਰਾ ਦਿੱਤੀ, ਦਿੱਲੀ ਵਾਲੀ ਕਬਜ਼ਾ ਕਰਾ ਦਿੱਤੀ। ਉਸ ਤੋਂ ਬਾਅਦ ਹੁਣ ਵੀ ਜਿਹੜੀ ਪੰਜਾਬ ਦੀ ਹੈ ਜਿਹੜੀ ਸ਼੍ਰੋਮਣੀ ਕਮੇਟੀ ਮੇਨ ਹੈ, ਉਹਦੀ ਕਬਜ਼ਾ ਕਰਾਉਣਾ ਚਾਹੁੰਦੇ ਹੋ। ਉਹ ਇਹਨਾਂ ਲੋਕਾਂ ਦੇ ਜਿਹੜੇ ਮਸੰਦ ਨੇ, ਜਿਹੜੇ ਪੱਗ ਨੂੰ ਐਜ਼ ਏ ਟੋਪੀ ਯੂਜ਼ ਕਰਦੇ ਨੇ, ਜਿਹੜੇ ਦਾੜੀ ਦਾ ਮਜ਼ਾਕ ਉਡਾਉਂਦੇ ਨੇ। ਸਾਰੀ ਕਾਂਗਰਸ ਨੇ ਜਿਹੜੀ ਕਿ ਸਿੱਖ ਵਿਰੋਧੀ ਹੈ, ਉਹਨਾਂ ਨੇ ਵੀ ਇਸ ਗੱਲ ਦਾ ਡਟ ਕੇ ਵਿਰੋਧ ਕੀਤਾ ਹੈ।
ਬੀਜੇਪੀ ਮੈਂ ਕਹਿੰਦਾ ਸਿੱਖ ਵਿਰੋਧੀ ਹੋਣ ਦੇ ਬਾਵਜੂਦ ਉਹਨਾਂ ਨੇ ਵੀ ਡਟ ਕੇ ਵਿਰੋਧ ਕੀਤਾ ਹੈ। ਲੇਕਿਨ ਜਿਹੜੇ ਸਿੱਖ ਉੱਥੇ ਬੈਠੇ ਨੇ ਅੱਜ ਉਹਨਾਂ ਨੂੰ ਇੱਕੋ ਚੀਜ਼ ਨਜ਼ਰ ਆ ਰਹੀ ਹੈ ਵੀ ਨਹੀਂ ਜੀ ਬਾਦਲਾਂ ਨੂੰ ਖੁਸ਼ ਕਰਨੀ ਬਾਦਲਾਂ। ਦੇਖੋ ਸਿੱਧੂ ਸਾਹਿਬ, ਇਹ ਜੋ ਮਰਜ਼ੀ ਕਹੀ ਜਾਣ, ਅਸੀਂ ਹਰਿਆਣਾ ਕਮੇਟੀ ਦਾ ਵੀ ਵਿਰੋਧ ਕੀਤਾ ਹੈ ਤੇ ਅਸੀਂ ਹਰ ਥਾਂ ਤੇ ਵਿਰੋਧ ਕੀਤਾ ਹੈ ਤੇ ਭਗਵੰਤ ਮਾਨ ਦੇ ਇਸ ਦਾ ਵੀ ਵਿਰੋਧ ਕੀਤਾ, ਪਰ ਅਸੀਂ ਇਹਨਾਂ ਦਾ ਵੀ ਵਿਰੋਧ ਕਰ ਰਹੇ ਹਾਂ। ਇਹਨਾਂ ਨੂੰ ਇਹ ਬਰਦਾਸ਼ਤ ਨਹੀਂ ਹੈ। ਇਹ ਅੱਜ ਆਪਣੀ ਲੀਡਰਸ਼ਿਪ ਬਦਲਣ, ਅਸੀਂ ਅਕਾਲੀ ਦਲ ਦੇ ਨਾਲ ਹੈ। ਇਹ ਕਿਉਂ ਨਹੀਂ ਲੀਡਰਸ਼ਿਪ ਬਦਲਦੇ? ਪੂਰੇ ਪੰਜਾਬ ਨੇ ਇਹਨਾਂ ਨੂੰ ਨਕਾਰਤਾ ਹੈ। ਅਜੇ ਆਪੋਜੀਸ਼ਨ 'ਚ ਬੈਠਣ ਦੇ ਲਾਇਕ ਨਹੀਂ ਹੈ ਤੇ ਕਹਿੰਦੇ ਪੰਜਾਬ ਸਾਡੇ ਨਾਲ ਹੈ। ਪਬਲਿਕ ਦਾ ਮੈਂਡੇਟ ਤੁਹਾਡੇ ਸਾਹਮਣੇ ਹੈ। ਤੁਹਾਡੇ ਨਾਲ ਸਿਰਫ 3 MLA ਰਹਿ ਗਏ ਹੈ। ਸ਼੍ਰੋਮਣੀ ਅਕਾਲੀ ਦਲ ਦੀ ਹਿਸਟਰੀ ਦੇਖੋ ਤੁਸੀਂ ਕੀ ਹੈ, ਤੇ ਤੁਸੀਂ ਹੋਰ ਕੀ ਜ਼ੀਰੋ ਤੇ ਜਾਣਾ ਚਾਹੁੰਦੇ ਹੋ? ਤਾਂ ਤੁਸੀਂ ਹਟੋਗੇ? ਤੁਸੀਂ ਕਿਉਂ ਨਹੀਂ ਛੱਡ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ? ਪਹਿਲਾਂ ਤੁਸੀਂ ਸ਼੍ਰੋਮਣੀ ਕਮੇਟੀ ਨਹੀਂ ਛੱਡ ਰਹੇ, ਤੁਸੀਂ ਉੱਥੇ ਸਾਰਾ ਵਪਾਰ ਕਰ ਰਹੇ ਹੋ ਆਪਣਾ। ਅਮਰਿੰਦਰ ਸਿੰਘ ਦੇ ਟਾਈਮ ਤੇ ਜਿਹੜੀਆਂ ਬੇਲ ਪਈਆਂ ਉਹਨਾਂ ਵਾਸਤੇ ਬੋਲੋ। ਮੈਂ ਕਹਿੰਦਾ ਅਸੀਂ ਬੋਲਦੇ ਆਂ, ਉਹਨਾਂ ਦੇ ਵਿੱਚ ਬੰਦੇ ਨਹੀਂ ਮਾਰੇ ਗਏ, ਤੁਸੀਂ ਬੰਦੇ ਮਾਰੇ ਆ। ਤੁਸੀਂ ਬੰਦੇ ਮਾਰੇ ਆ ਜਿਹਨਾਂ ਨੇ ਬੇਅਦਬੀ ਦੀ ਪ੍ਰੋਟੈਸਟ ਕੀਤੀ ਆ। ਅਮਰਿੰਦਰ ਸਿੰਘ ਨੇ ਬੰਦੇ ਨਹੀਂ ਮਾਰੇ, ਕਿਸੇ ਬੇਅਦਬੀ ਦੇ ਵਿੱਚ ਬੰਦੇ ਨਹੀਂ ਮਾਰੇ। ਤੁਸੀਂ ਬੰਦੇ ਮਾਰੇ ਆ, ਤੁਸੀਂ ਬੰਦੇ ਅਪਾਹਜ ਵੀ ਕੀਤੇ ਆ। ਤੁਸੀਂ ਸਿੱਖਾਂ ਨੂੰ ਕਿਹਾ ਕਿ ਤੁਸੀਂ ਬੇਅਦਬੀ ਕੀਤੀ ਆ, ਉਹਨਾਂ ਨੂੰ ਫੜ ਕੇ ਤੁਸੀਂ ਅੰਦਰ ਕੀਤਾ, ਫਿਰ ਪਬਲਿਕ ਪ੍ਰੈਸ਼ਰ ਤੁਸੀਂ ਛੱਡਿਆ। ਇਹ ਚੀਜ਼ਾਂ ਸਭ ਕੁਝ ਪਬਲਿਕ ਡੋਮੇਨ 'ਚ ਹੈਗੀਆਂ। ਅਸੀਂ ਹਰੇਕ ਬੇਅਦਬੀ ਦੇ ਖਿਲਾਫ ਬੋਲਦੇ ਹਾਂ, ਅਸੀਂ ਕੋਈ ਬੇਅਦਬੀ ਦੇ ਹੱਕ 'ਚ ਨਹੀਂ ਹੈ। ਸਿੰਘ ਬਾਦਲ ਨੂੰ ਪੁੱਛਿਆ ਕਦੇ ਤੇ ਤੇਰੀਆਂ 600 ਬੱਸਾਂ ਕਿਵੇਂ ਬਣ ਗਈਆਂ? ਤੇਰੇ ਥਾਂ ਤੇ ਹੋਟਲ ਕਿਵੇਂ ਬਣ ਗਏ? ਤੇਰੀਆਂ ਥਾਂ ਤੇ ਕੋਠੀਆਂ ਕਿਵੇਂ ਬਣ ਗਈਆਂ? ਚਲੋ ਪਿੰਡ ਸਾਹਿਬ, ਆਪਾਂ ਮੁੱਦੇ ਤੇ ਗੱਲ ਕਰੀਏ। ਲੈ ਕੇ ਲੋਕ ਪੰਜਾਬ ਨੂੰ ਕਦੇ ਪੁੱਛਿਆ ਉਹਨਾਂ ਨੂੰ? ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਨਰਲ ਹਾਊਸ ਕਰਕੇ ਜੋ ਫੈਸਲਾ ਲਿਆ ਗਿਆ ਕਿ ਸਰਕਾਰ ਵੱਲੋਂ ਜਿਹੜੀ ਐਕਟ ਦੇ ਵਿੱਚ ਸੋਧ ਕੀਤੀ ਗਈ ਹੈ, ਜੋ ਵਾਪਸ ਨਾ ਲਈ ਗਈ ਤਾਂ ਮੋਰਚਾ ਲਾਇਆ ਜਾਏਗਾ। ਇਸ ਦੇ ਜਵਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ਼ ਕਰ ਦਿੱਤਾ ਹੈ, ਸੋਧ ਵਾਪਸ ਲੈਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹ ਕਹਿੰਦੇ ਇੱਕ ਪਰਿਵਾਰ ਨੂੰ ਬਚਾਉਣ ਦੇ ਲਈ ਕੱਲ੍ਹ ਸੈਸ਼ਨ ਕੀਤਾ ਗਿਆ। ਉਹ ਕਹਿੰਦੇ ਮੈਨੂੰ ਗਾਲਾਂ ਕੱਢੀਆਂ ਗਈਆਂ, ਇਸ ਤੋਂ ਇਲਾਵਾ ਸੈਸ਼ਨ 'ਚ ਹੋਇਆ ਕੀ ਹੈ? ਸੋ ਸਿੱਧਾ ਟਕਰਾਅ। ਇੱਕ ਪਾਸੇ ਸਰਕਾਰ ਇਹ ਕਹਿ ਰਹੀ ਹੈ ਕਿ ਜੋ ਅਸੀਂ ਕੀਤਾ ਠੀਕ ਕੀਤਾ, ਦੂਜੇ ਪਾਸੇ SGPC ਕਿ ਜੇ ਸੋਧ ਵਾਪਸ ਨਾ ਲਈ ਗਈ ਤਾਂ ਮੋਰਚਾ ਲਗਾਵਾਂਗੇ। ਦੋਨੇ ਧਿਰਾਂ ਆਮਣੋ ਸਾਹਮਣੇ। ਇਹਨਾਂ ਦੋਨਾਂ ਧਿਰਾਂ ਦੇ ਨਾਲ ਇੱਕ ਧਿਰ ਉਹ ਵੀ ਸੰਬੰਧ ਰੱਖਦੀ ਹੈ ਜਿਨ੍ਹਾਂ ਨੂੰ ਅਸੀਂ ਪੰਥਕ ਧਿਰ ਕਹਿੰਦੇ ਹਾਂ। ਪੰਥਕ ਧਿਰ ਸਰਕਾਰ ਦੇ ਖਿਲਾਫ ਲਕੀਰ ਖਿੱਚ ਕੇ ਖੜੀ ਹੈ, ਪਰ ਨਾਲ ਉਹ ਵੀ ਕਹਿੰਦੇ ਹੈ ਜਦੋਂ ਪੰਥਕ ਮੁੱਦਿਆਂ ਦਾ ਸਵਾਲ ਆਉਂਦਾ ਤਾਂ ਪੰਥਕ ਧਿਰਾਂ ਦੀ ਵੀ ਸੁਣਵਾਈ ਹੋਣੀ ਚਾਹੀਦੀ ਹੈ, ਚਾਹੇ ਚੈਨਲ ਦਾ ਮਾਮਲਾ ਹੋਵੇ ਚਾਹੇ ਦੂਸਰੇ ਮੁੱਦੇ ਹੋਣ। ਅਸੀਂ ਸਹਿਯੋਗ ਦੇਵਾਂਗੇ। ਕਿਧਰੇ ਆਪਣੀਆਂ ਧਿਰਾਂ ਨੂੰ ਵੀ ਮਨਾਉਣ ਦੀ ਲੋੜ ਹੈ। ਮਿਸਾਲ ਵਜੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਜਿਸ ਕਦਰ ਉਹਨਾਂ ਨੇ ਗੱਲ ਕੀਤੀ ਹੈ, 2 ਸਮਾਗਮਾਂ 'ਚ ਆਏ ਨਹੀਂ। ਹੁਣ ਦਮਦਮਾ ਸਾਹਿਬ ਦੇ ਤਖਤ ਦੇ ਜਥੇਦਾਰ ਜ਼ਰੂਰ ਨੇ, ਪਰ ਕਿਧਰੇ ਨਾਰਾਜ਼ਗੀ ਦੀ ਝਲਕ। ਇਹੋ ਜਿਹੀ ਸਥਿਤੀ 'ਚ ਕਿਸ ਕਦਰ ਜਿਹੜਾ ਹੈਗਾ ਲੜਾਈ ਨੂੰ ਅੱਗੇ ਵਧਾਇਆ ਜਾਏਗਾ ਜੇ ਪੰਥਕ ਧਿਰਾਂ ਸਿਰ ਜੋੜ ਕੇ ਇੱਕ ਪਲੇਟਫਾਰਮ 'ਤੇ ਨਹੀਂ ਆਉਂਦੀਆਂ। ਸਰਕਾਰ, ਪੰਥਕ ਧਿਰਾਂ, SGPC, ਵੱਡਾ ਸਵਾਲ ਇਹਨਾਂ ਮੁੱਦਿਆਂ 'ਤੇ ਮੇਰੇ ਨਾਲ ਬੇਨਤੀ ਪ੍ਰਵਾਨ ਕਰਕੇ ਚੈਨਲ 'ਤੇ ਜਿਹੜੇ ਮਹਿਮਾਨ ਜੁੜੇ ਹੈ, ਹਰਜੀਤ ਸਿੰਘ ਭੁੱਲਰ ਨੇ, ਸ਼੍ਰੋਮਣੀ ਅਕਾਲੀ ਦਲ ਦੇ ਕਦਾਵਰ ਬੁਲਾਰੇ ਹੈ, ਸਾਹ ਅਮਰਿੰਦਰ ਸਿੰਘ, ਜਾਣੇ ਪਛਾਣੇ ਪੰਥਕ ਚਿਹਰੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਨੇ, ਜਥੇਦਾਰ ਕਰਨੈਲ ਸਿੰਘ ਪੰਜੌਲੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਆਗੂ ਤਾਂ ਹਾਈ ਹੈ, ਸਿੱਖ ਪੰਥ ਦੇ ਵੀ ਜਾਣੇ ਪਹਿਚਾਣੇ ਚਿਹਰੇ, ਤਲਵਿੰਦਰ ਬੁੱਟਰ ਸਾਡੀ ਤਰ੍ਹਾਂ ਜਰਨਲਿਸਟ ਨੇ, ਪਰ ਇਹਦੇ ਨਾਲ ਇੱਕ ਪੰਥਕ ਪਿਛੋਕੜ ਵੀ ਰੱਖਦੇ ਆ। ਸਾਰੇ ਮਹਿਮਾਨਾਂ ਨੂੰ ਮੈਂ ਤਹਿ ਦਿਲ ਤੋਂ ਆਪਣੇ ਮੁੱਦੇ 'ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਭੁੱਲਰ ਸਾਹਿਬ, ਪਹਿਲਾ ਸਵਾਲ ਤੁਹਾਡੇ ਤੋਂ ਲੈਣ ਲੱਗਿਆ। ਦੇਖੋ SGPC ਦੇ ਜਨਰਲ ਹਾਊਸ, ਕੱਲ੍ਹ ਵੀ ਆਪਾਂ ਇਸ ਮੁੱਦੇ 'ਤੇ ਚਰਚਾ ਕੀਤੀ ਹੈ, ਇਹਦੇ ਬਾਰੇ ਕੋਈ ਦੋ ਰਾਏ ਨਹੀਂ, ਪਰ ਸਵਾਲ ਇਹ ਪੈਦਾ ਹੁੰਦਾ ਕਿ ਸਰਕਾਰ ਨੇ ਕਹਿਤਾ ਜਿਹੜਾ ਜਨਰਲ ਹਾਊਸ ਸੀ, ਇਹ ਜਨਰਲ ਹਾਊਸ ਕੋਈ ਪੰਥਕ ਮੁੱਦੇ 'ਤੇ ਨਹੀਂ। ਉਹ ਕਹਿੰਦੇ ਗੁਰਬਾਣੀ ਪ੍ਰਸਾਰਨ ਦੇ ਮਾਮਲੇ 'ਤੇ ਗੱਲ ਨਹੀਂ ਹੋਈ, ਇੱਕ ਪਰਿਵਾਰ ਨੂੰ ਬਚਾਉਣ ਦੇ ਲਈ ਉਸ ਮਾਮਲੇ ਸਾਰਾ ਕੁਝ ਕੀਤਾ ਗਿਆ। ਭੁੱਲਰ ਜੀ, ਕਿਵੇਂ ਦੇਖਦੇ ਹੋ ਸਿੱਧਾ ਟਕਰਾਅ ਸਰਕਾਰ ਤੇ SGPC? ਸਿੱਧੂ ਸਾਹਿਬ, ਗੱਲ ਇਸ ਤਰ੍ਹਾਂ ਹੈਗਾ ਹੈ ਕਿ ਸਿੱਧੂ ਸਾਹਿਬ ਨੇ ਗੁਰਬਾਣੀ 'ਚ ਲਿਖਿਆ ਹੈ, ਕੁੱਤਾ ਰਾਜ ਬਹਾਲੀਏ ਤਾਂ ਚੱਕੀ ਚੱਟੇ। ਹਾਲ ਪੰਜਾਬ 'ਚ ਅੱਜ ਹੋਈ ਹੋਇਆ ਹੈ। ਜਨਤਾ ਨੇ ਐਸੇ ਲੋਕਾਂ ਦੇ ਹੱਥ 'ਚ ਰਾਜ ਦੇ ਦਿੱਤਾ ਹੈ ਜਿਨ੍ਹਾਂ ਨੂੰ ਲੋਕਾਂ ਦੇ ਕੰਮਾਂ ਦੀ ਫਿਕਰ ਨਹੀਂ ਹੈ। ਜੋ ਪੰਜਾਬ ਦੇ ਵਿੱਚ ਅੱਜ ਡਰੱਗਸ ਦੇ ਮਾਮਲੇ ਚੱਲ ਰਹੇ ਹੈ, ਜਿਸ ਤਰੀਕੇ ਨਾਲ ਓਵਰਡੋਜ਼ ਨਾਲ ਅੱਜ ਬੱਚੇ ਮਰ ਰਹੇ ਹੈ, ਉਹਨਾਂ ਦਾ ਫਿਕਰ ਨਹੀਂ ਹੈ। ਅੱਜ ਇਸ ਤਰੀਕੇ ਨਾਲ ਫੋਤੀਆਂ ਮੰਗੀਆਂ ਜਾ ਰਹੀਆਂ, ਕਤਲੇਆਮ ਹੋ ਰਹੇ ਨੇ, ਲੁੱਟਾਂ ਖੋਹਾਂ ਹੋ ਰਹੀਆਂ, ਉਸ ਚੀਜ਼ ਦਾ ਕੋਈ ਫਿਕਰ ਨਹੀਂ ਹੈ।
ਲੇਕਿਨ ਉਹਨਾਂ ਸਾਰੀ ਚੀਜ਼ਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਆਹ ਜਿਹੜੇ ਪੁੱਠੇ ਕੰਮ ਨੇ ਉਹ ਸ਼ੁਰੂ ਹੋ ਗਏ ਆ ਕਿ ਤੁਸੀਂ ਆਡਾ ਲਈ ਰੱਖੋ, ਕਦੀ ਕਿਸੇ ਨਾਲ ਕਦੀ ਕਿਸੇ ਨਾਲ, ਕਦੀ ਕਹਿੰਦੇ ਜੀ ਚੰਨੀ ਦੇਖੋ ਜੀ ਪੈਸੇ ਮੰਗਦਾ ਸੀਗਾ, ਹਫ਼ਤੇ ਦਾ ਟਾਈਮ ਦੇਤਾ, 10 ਦਿਨ ਦਾ ਟਾਈਮ ਦੇਤਾ, ਤੇ ਮੁੜ ਕੇ ਇਹਨੂੰ ਕਹਿੰਦੇ ਕਿ ਬਬਲ ਵਰਗ ਨੂੰ ਬਹਿ ਜਾਂਦੇ ਆ। ਤੇ ਦੂਜੇ ਪਾਸੇ ਰੌਲਾ ਪਾਉਂਦਾ ਜੀ ਲੋਟਸ ਵਾਲਾ, ਤੇ 1350 ਕਰੋੜ ਰੁਪਇਆ ਆ ਗਿਆ। ਹੋਮ ਮਿਨਿਸਟਰ ਨੇ ਗੱਲ ਕੀਤੀ ਹੈ ਜੀ, ਔਰ FIR ਦਰਜ ਕਰਾ ਰਹੇ ਸੀ, ਲੇਕਿਨ ਉੱਤੇ ਕੋਈ ਕਾਰਵਾਈ ਨਹੀਂ, ਕੁਝ ਨਹੀਂ ਹੁੰਦਾ ਉੱਤੇ। ਇਹ ਜਿਹੜਾ ਚੀਜ਼ਾਂ ਨੇ ਇਹ ਸਿਰਫ ਲੋਕਾਂ ਨੂੰ ਉਲਝਾ ਕੇ ਅੱਖੀਂ ਕੱਟਾ ਪਾਉਣ ਵਾਲੀਆਂ ਗੱਲਾਂ ਨੇ ਕਿ ਤੁਸੀਂ ਜੋ ਮਰਜ਼ੀ ਕਰੀ ਜਾਓ। ਔਰ ਮੈਂ ਤਾਂ ਇਹ ਕਹੂੰਗਾ ਕਿ ਸਰਦਾਰ ਭਗਵੰਤ ਮਾਨ ਇਸ ਤਰੀਕੇ ਨਾਲ ਅੱਜ ਮੁੱਖ ਮੰਤਰੀ ਸਾਹਿਬ ਗੱਲਾਂ ਕਰ ਰਹੇ ਨੇ, ਤੇ ਇਹਨਾਂ ਦੀ ਗੱਲ ਦੀ ਤਵੱਜੋ ਉਨੀ ਕੀ ਹੈ ਜਿੰਨੀ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਮਰਾਸੀ ਨੇ ਕਾਣਾ ਕਹਿਤਾ ਸੀ ਦਰਬਾਰ ਦੇ ਵਿੱਚ ਉਹਨਾਂ ਦੇ, ਉਹਨਾਂ ਕੀ ਇਹਨਾਂ ਦਾ ਅਸਰ ਹੈ ਜੀ। ਕਿਉਂਕਿ ਜਿਹਨੂੰ ਇਹ ਲਿਹਾਜ਼ ਹੀ ਨਾ ਹੋਵੇ ਕਿ ਤੁਸੀਂ ਗੱਲ ਕਿਹਦੇ ਬਾਰੇ ਕਰ ਰਹੇ ਹੋ, ਕਿਹੜੇ ਲੋਕਾਂ ਬਾਰੇ ਕਰ ਰਹੇ ਹੋ, ਜਾਂ ਕਿਹੜੀ ਸੰਸਥਾ ਬਾਰੇ ਕਰ ਰਹੇ ਹੋ, ਜਿਹਦੇ ਚ ਇੰਨੀ ਹਉਮੈ ਹੋਵੇ, ਇੰਨਾ ਸਿਰ ਦੇ ਉੱਤੇ ਜਿਹੜਾ ਰਾਜ ਭਾਗ ਹੈ ਉਹ ਚੜ ਕੇ ਨੱਚ ਰਿਹਾ ਹੋਵੇ, ਤੇ ਤੁਸੀਂ ਉਹ ਤੋਂ ਉਮੀਦ ਕੀ ਕਰ ਸਕਦੇ ਹੋ? ਪੁਲਿਸ ਸਾਹਿਬ ਬਿਲਕੁਲ ਜਿਹੜਾ ਹੈਗਾ, ਬਿਲਕੁਲ ਜਿਹੜਾ ਵਾਜਬ ਗੱਲ ਤੁਸੀਂ ਵਾਜਬ ਗੱਲ ਫਰਮਾ ਰਹੇ ਹੋ ਕਿ ਕੀ ਉਮੀਦ ਕੀਤੀ ਜਾ ਸਕਦੀ ਹੈ ਜੀ। ਜਿਹੜੇ ਵੱਧ ਲਫ਼ਜ਼ ਹੈ ਉਹ ਇਸਤੇਮਾਲ ਕਰ ਸਕਦੇ ਆ, ਜਿਹਨੂੰ ਮਰਜ਼ੀ ਅਸੀਂ ਨੀਵਾ ਵਿਖਾ ਸਕਦੇ ਆ। ਪੁਲਿਸ ਸਾਹਿਬ ਬਿਲਕੁਲ ਇਸ ਮੁੱਦੇ ਤੇ ਦੇਖੋ, ਜੋ ਭਗਵੰਤ ਮਾਨ ਸਾਹਿਬ ਦੀ ਗੱਲ ਤੁਸੀਂ ਕਰ ਰਹੇ ਹੋ, ਜੋ ਕਿਹਾ ਆਪਾਂ ਸਾਰਿਆਂ ਨੇ ਮੀਡੀਆ 'ਚ ਵੀ ਆਇਆ, ਤੁਸੀਂ ਵੀ ਫਰਮਾ ਰਹੇ ਹੋ, ਬਿਲਕੁਲ ਵਜ੍ਹਾ ਫਰਮਾ ਰਹੇ ਹੋ। ਪਰ ਸਵਾਲ ਇਹ ਪੈਦਾ ਹੁੰਦਾ ਕਿ ਸਰਕਾਰ ਨੇ ਸਪਸ਼ਟ ਤੌਰ ਤੇ ਕਹਿਤਾ ਕਿ ਅਸੀਂ ਟਸ ਤੋਂ ਮਸ ਹੋਣ ਲਈ ਤਿਆਰ ਨਹੀਂ। ਜੇ ਮੁੱਦਾ ਬਣ ਗਿਆ, ਜਾਂ ਤਾਂ ਸਵਾਲ ਦੇਖੋ ਇਹ ਹੈ ਕਿ ਆਪਾਂ ਰਾਸ਼ਟਰਪਤੀ ਨੂੰ, ਗਵਰਨਰ ਨੂੰ ਯਾਦ ਪੱਤਰ ਦੇਈਏ, ਸੁਪਰੀਮ ਕੋਰਟ ਜਾਈਏ। ਜੇ ਮੋਰਚਾ ਲਾਉਣ ਦੀ ਗੱਲ ਹੈ, ਫਿਰ ਲੜਾਈ ਦਾ ਜਿਹੜੀ ਤਕੜੇ ਹੋ ਕੇ ਲੜਨ ਦੀ ਗੱਲ ਹੈ, ਉਹ ਸਿੱਧੇ ਤੌਰ ਤੇ ਅਕਾਲੀ ਦਲ ਲਈ ਵੱਡੀ ਜ਼ਿੰਮੇਵਾਰੀ ਲੱਗਦਾ ਇਹਦੇ ਸਾਹਮਣੇ ਨਜ਼ਰ ਆ ਰਹੀ ਹੈ। ਸਿੱਧੂ ਸਾਹਿਬ, ਗੱਲ ਇਸ ਤਰ੍ਹਾਂ ਹੈਗੀ ਹੈ ਕਿ ਮੋਰਚੇ ਤੇ ਜਦੋਂ 1925 ਦੇ ਵਿੱਚ ਸ਼੍ਰੋਮਣੀ ਪ੍ਰਬੰਧਕ ਕਮੇਟੀ ਬਣੀ ਹੈ, 1920 ਤੋਂ ਲੈ ਕੇ 1925 ਤੱਕ 500 ਤੋਂ ਵੱਧ ਸ਼ਹੀਦੀਆਂ ਹੋਈਆਂ, ਕਿੰਨੇ ਲੋਕਾਂ ਨੇ ਜੇਲ੍ਹਾਂ ਕੱਟੀਆਂ, ਤੇ ਅੰਗਰੇਜ਼ ਜਿਹਦਾ ਇੱਕ ਪਾਸੇ ਸੂਰਜ ਚੜ੍ਹਦਾ ਸੀ ਤੇ ਦੂਜੇ ਪਾਸੇ ਜਾਂਦਾ ਸੀ, ਕਿ ਡੁੱਬਦਾ ਨਹੀਂ ਸੀ ਸੂਰਜ, ਉਹਨੂੰ ਝੁਕਣਾ ਪਿਆ। ਤੇ ਕਾਂਗਰਸ ਦੀ ਜਿਹੜੀ ਸਭ ਤੋਂ ਜਿਹਨੂੰ ਕਹਿੰਦੇ ਵੀ ਦੁਰਗਾ ਸੀਗੀ, ਉਹਨੂੰ ਝੁਕਣਾ ਪਿਆ ਸੀ। ਉਹਦਾ ਕੀ ਹਾਲ ਹਸ਼ਰ ਹੋਇਆ ਬਾਅਦ ਚ। ਇਸ ਕਰਕੇ ਭਗਵੰਤ ਮਾਨ ਸਾਹਿਬ ਇਹ ਸੋਚਣ, ਮੱਸੇ ਰੰਗੜ ਵਰਗੇ ਜਿਹੜੇ ਸੀ ਉਹ ਕਿੱਥੇ ਚਲੇ ਗਏ ਅੱਜ, ਇਹ ਦੇਖਣ ਜਿਹੜਾ ਇਤਿਹਾਸ ਪੜ੍ਹ ਲੈਣ ਸਿੱਖਾਂ ਦਾ ਕੀ ਹੈ। ਔਰ ਇੱਥੋਂ ਹੀ ਲੇਟੈਸਟ ਕੀ ਹੋਇਆ ਕਿ ਦਿੱਲੀ ਬਾਰਡਰ ਦੇ ਉੱਤੇ ਜਿਹੜਾ ਧਰਨਾ ਲੱਗਿਆ ਸੀਗਾ ਪੰਜਾਬ ਦੇ ਵਿੱਚ, ਉਹਦਾ ਰੋਲ ਕੀ ਰਿਹਾ, ਔਰ ਕਿਸ ਤਰੀਕੇ ਨਾਲ ਨਰਿੰਦਰ ਮੋਦੀ ਨੂੰ ਜਿਹੜਾ ਹੈਗਾ ਮਾਫੀ ਪੁਲਿਸ ਸਾਹਿਬ ਦੇਖੋ, ਪੁਲਿਸ ਸਾਹਿਬ ਗੱਲ ਲੰਬੀ ਹੋ ਜਾਂਦੀ ਹੈ, ਪੁਲਿਸ ਸਾਹਿਬ ਗੱਲ ਲੰਬੀ ਹੋ ਜਾਂਦੀ ਹੈ। ਦੇਖੋ ਤੁਸੀਂ ਐਗਜ਼ਾਮਪਲ ਦਿੱਤੀ ਹੈ ਇਤਿਹਾਸ ਚੋਂ, ਤੁਸੀਂ ਇਤਿਹਾਸ ਚੋਂ ਜੀ, ਤੁਸੀਂ ਇਤਿਹਾਸ ਚੋਂ ਐਗਜ਼ਾਮਪਲ ਦਿੱਤੀ ਹੈ। ਮੈਂ ਬਾਕੀ ਮਹਿਮਾਨਾਂ ਤੋਂ ਵੀ ਗੱਲ ਜਿਹੜੀ ਰਾਏ ਲੈਣੀ ਹੈ, ਪਰ ਉਹ ਤਾਂ ਖੁਦ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਿਹਾ ਕਿ ਮਸੰਦਾਂ ਤੋਂ ਆਜ਼ਾਦ ਕਰਾਉਣਾ ਹੈ, ਉਹ ਮਸੰਦ ਕਹਿ ਰਿਹਾ, ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹਨਾਂ ਬਾਰੇ ਹੀ ਕਹਿ ਰਿਹਾ, ਹੋਰ ਤਾਂ ਕਿਸੇ ਬਾਰੇ ਕਹਿ ਨਹੀਂ ਸਕਦੇ। ਗੱਲ ਇਸ ਤਰ੍ਹਾਂ ਹੈਗੀ ਹੈ ਕਿ ਮਸੰਦ ਤੇ ਇਹ ਨੇ ਜੋ ਹਰਿਆਣੇ ਚ ਹੋਇਆ, ਦਾਦੂਵਾਲ ਵਰਗੇ ਜਿਹੜੇ ਲੋਕ ਸੀ ਕਹਿੰਦੇ ਸੀ ਅਸੀਂ ਵੀ ਆਜ਼ਾਦ ਕਰਾਉਣੀ ਹੈ, ਆਜ਼ਾਦ ਕਰਾਉਣੀ ਕਮੇਟੀ, ਅੱਜ ਕਿਹਦੇ ਕੋਲ ਕਮੇਟੀ, ਕਿਤੇ ਮਹੰਤਾਂ ਦੇ ਕੋਲ ਕਮੇਟੀ ਦੇਤੀ, ਜਿਹੜੇ ਜਾ ਕੇ ਖੱਟੜ ਦੇ ਪੈਰੀ ਪੈਂਦੇ ਨੇ, ਉੱਥੇ ਮੱਥੇ ਟੇਕਦੇ ਨੇ, ਤੇ ਅੱਜ ਦਾਦੂਵਾਲ ਵਰਗੇ ਮੱਖੀ ਨੂੰ ਕੱਢ ਕੇ ਬਾਹਰ ਸੁੱਟਦੇ। ਬਿਲਕੁਲ, ਤੇ ਮਸੰਦ ਕਿਹੜੇ ਨੇ? ਮਸੰਦ ਇਹੀ ਨੇ ਜਿਹੜੇ ਅੱਜ ਗੁਰਦੁਆਰਿਆਂ ਉੱਤੇ ਕਬਜ਼ੇ ਕਰਨ ਨੂੰ ਉਤਰੇ ਫਿਰਦੇ ਨੇ। ਜੀ ਤੁਹਾਡਾ ਵਿਊ ਪੁਆਇੰਟ ਆ ਗਿਆ ਪੁਲਿਸ ਸਾਹਿਬ। ਜਿਹੜੇ ਪੱਗ ਦੀ ਜਾਂ ਕੇਸਾਂ ਦੀ ਜਾਂ ਕਕਾਰਾਂ ਦੀ ਕੋਈ ਇੱਜ਼ਤ ਨਹੀਂ ਕਰਦੇ, ਜਿਹੜੇ ਪੱਗ ਨੂੰ ਐਜ਼ ਅ ਟੋਪੀ ਇਸਤੇਮਾਲ ਕਰਦੇ ਆ। ਔਰ ਇਹ ਭਗਵੰਤ ਮਾਨ ਸਾਹਿਬ ਗਿਆ ਤਾਂ ਕੁਝ ਨਹੀਂ ਹੈਗਾ, ਜਿਹੜੇ ਸ਼ਰਾਬਾਂ ਪੀ ਕੇ ਗੁਰਦੁਆਰਾ ਸਾਹਿਬ ਚਲੇ ਜਾਂਦੇ ਨੇ। ਚਲੋ ਤੁਹਾਡੀ ਗੱਲ ਆ ਗਈ ਪੁਲਿਸ ਸਾਹਿਬ, ਬਿਲਕੁਲ ਤੁਹਾਡਾ ਵਿਊ ਪੁਆਇੰਟ ਆ ਗਿਆ। ਮੈਂ ਫੇਰ ਆਣਾ ਪੁਲਿਸ ਸਾਹਿਬ ਤੁਹਾਡੇ ਵੱਲ ਆਨੇ, ਆਪਾਂ ਬਾਕੀ ਮਹਿਮਾਨਾਂ ਦੀ ਰਾਏ ਲੈ ਲਈਏ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਪੰਜੋਲੀ ਸਾਹਿਬ, ਤੁਹਾਡਾ SGPC ਦੇ ਪਿਛੋਕੜ ਦੀ ਆਪਾਂ ਗੱਲ ਕਰਦੀ ਤਾਂ ਲੰਬਾ ਸਮਾਂ ਤੁਸੀਂ ਅਗਵਾਈ ਕੀਤੀ ਹੈ, ਹੁਣ ਵੀ ਪੰਥਕ ਹਲਕਾ ਸੀਨੀਅਰ SGPC ਮੈਂਬਰ ਦੇ ਤੌਰ ਤੇ ਤੁਹਾਡੀ ਪਹਿਚਾਣ ਹੈ। ਜੋ ਸਥਿਤੀ ਹੈ ਇਸ ਵੇਲੇ ਬਣੀ ਵੀ ਹੈ, SGPC ਨੇ ਜੋ ਕਿਹਾ ਕਿ ਜੇ ਇੱਦਾਂ ਨਹੀਂ ਕਰੋਗੇ ਤਾਂ ਅਸੀਂ ਮੋਰਚਾ ਲਾ ਦਿਆਂਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਨਾਲ ਦੀ ਨਾਲ ਹੀ ਟਵੀਟ ਕਰਕੇ ਕਹਿਤਾ ਕਿ ਸਰਕਾਰ ਤਾਂ ਕਰੇਗੀ ਜੋ ਕੀਤਾ, ਪਰ ਤੁਸੀਂ ਕਹਿੰਦੇ ਇੱਕ ਪਰਿਵਾਰ ਨੂੰ ਬਚਾ ਰਹੇ ਹੋ। ਸੋ ਸਿੱਧਾ ਹੀ ਪੱਲਾ ਝਾੜਤਾ ਮੁੱਖ ਮੰਤਰੀ ਭਗਵੰਤ ਮਾਨ ਨੇ। ਕਿਵੇਂ ਦੇਖਦੇ ਹੋ ਇਹੋ ਜਿਹੀ ਸਥਿਤੀ, ਜੋ ਟਕਰਾਅ ਵਾਲੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ ਇਸ ਵੇਲੇ? ਪੰਜੋਲੀ ਸਾਹਿਬ। ਜਗਤਾਰ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਭਗਵੰਤ ਮਾਨ ਸਾਹਿਬ ਨੂੰ ਮੈਂ ਸਮਝਦਾ ਕਿ ਜੋ ਅਮੈਂਡਮੈਂਟ ਉਹਨਾਂ ਨੇ ਕੀਤੀ ਹੈ
ਨਾ ਤਾਂ ਉਹਨਾਂ ਦੇ ਅਧਿਕਾਰ ਖੇਤਰ 'ਚ ਸੀ ਤੇ ਨਾ ਉਹਨਾਂ ਨੂੰ ਕਰਨ ਦੀ ਜ਼ਰੂਰਤ ਸੀ। ਜੀ ਉਹਨਾਂ ਨੂੰ ਚਾਹੀਦਾ ਇਹ ਸੀ ਕਿ ਆਪਣੀ ਅਸੈਂਬਲੀ ਦੇ ਅੰਦਰ ਉਹ ਇੱਕ ਰੈਜੂਲੇਸ਼ਨ ਪਾਉਂਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦੇ ਤੇ ਜਥੇਦਾਰ ਸਾਹਿਬ ਨੂੰ ਅਪੀਲ ਕਰਦੇ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਦੇ ਕੀਰਤਨ ਦਾ ਮਸਲਾ ਹੈ ਉਹ ਇੱਕ ਪਰਿਵਾਰ ਦੀ ਮਲਕੀਅਤ ਨਹੀਂ ਹੋਣਾ ਚਾਹੀਦਾ, ਉਹ ਸਾਰਿਆਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ। ਜੀ ਉਹ ਆਪਣੀ ਪਾਰਟੀ 'ਚ ਵੀ ਮਤਾ ਪਾ ਦਿੰਦੇ ਤੇ ਉਹ ਆਪਣੀ ਅਸੈਂਬਲੀ 'ਚ ਵੀ ਪਾਉਂਦੇ। ਉਹਨਾਂ ਦੇ ਐਮਐਲਏ ਜਿਹੜੇ ਨੇ ਉਹ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਦੇ ਇਸ ਕਿਸਮ ਦਾ ਕਿ ਦੇਖੋ ਜੀ ਧੱਕੇ ਨਾਲ ਇੱਕ ਪਰਿਵਾਰ ਹੀ ਗੁਰਬਾਣੀ ਕੀਰਤਨ ਰਿਲੇ ਕਰ ਰਿਹਾ ਔਰ ਉਹਦੇ ਕੋਲੋਂ ਡਾਲਰ ਕਮਾ ਰਿਹਾ। ਇਸ ਕਿਸਮ ਦੀ ਗੱਲ ਉਹਨਾਂ ਨੂੰ ਕਰਨੀ ਚਾਹੀਦੀ ਸੀ। ਨੰਬਰ 2 ਤੇ ਦੂਸਰੀ ਗੱਲ ਮੈਂ ਸਮਝਦਾ ਕਿ ਜਿਹੜੇ ਇਹ ਕਹਿੰਦੇ ਨੇ ਕਿ ਅਸੀਂ ਮੋਰਚਾ ਲਾਵਾਂਗੇ, ਮੈਂ ਉਹਨਾਂ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਮੋਰਚਾ ਲਾਉਣਾ ਚਾਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਜ਼ਤ ਬਚਾਉਣ ਲਈ, ਸਤਿਕਾਰ ਤੇ ਮਾਣ ਬਹਾਲ ਕਰਵਾਉਣ ਲਈ। ਪਰ ਜਿਸ ਦਿਨ ਹਰਿਆਣੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 2 ਟੁਕੜੇ ਬੀਜੇਪੀ ਨੇ ਕੀਤੇ ਸੀ, ਉਦੋਂ ਮੋਰਚਾ ਕਿਉਂ ਨਾ ਲਾਇਆ? ਮੋਰਚਾ ਦੀ ਤਾਂ ਉਦੋਂ ਬਹੁਤ ਵੱਡੀ ਜ਼ਰੂਰਤ ਸੀ। ਅੱਜ ਤੁਸੀਂ ਕਿਸ ਗੱਲ ਤੇ ਮੋਰਚਾ ਲਾਉਣਾ ਚਾਹੁੰਦੇ ਹੋ? ਤੁਸੀਂ ਸਾਰਾ ਪੰਥ ਚਾਹੁੰਦਾ ਕਿ ਕੀਰਤਨ ਰਿਲੇ ਜਿਹੜਾ ਉਹਦਾ ਅਧਿਕਾਰ ਸਾਰੇ ਚੈਨਲਾਂ ਨੂੰ ਹੋਣਾ ਚਾਹੀਦਾ। ਮੈਂ ਸ਼੍ਰੋਮਣੀ ਕਮੇਟੀ ਨੂੰ ਚਿੱਠੀ ਲਿਖੀ, ਚਿੱਠੀਆਂ ਲਿਖੀਆਂ, ਪ੍ਰਧਾਨ ਨੂੰ ਕਿਹਾ, ਹਾਊਸ 'ਚ ਕਿਹਾ ਕਿ ਮੇਰੀ ਰਾਏ ਹੈ ਕਿ ਅੰਦਰ 4 ਹਾਈ ਟੈਕਨੋਲੋਜੀ ਦੇ ਕੈਮਰੇ ਫਿੱਟ ਕਰੋ ਤੇ ਬਾਹਰ ਇੱਕ ਟੈਕਨੀਕਲ ਕਮਰਾ ਸਥਾਪਿਤ ਕਰੋ ਤੇ ਜਿਹੜਾ ਵੀ ਕਨੈਕਸ਼ਨ ਚਾਹੁੰਦਾ ਹੈ ਉਹਨੂੰ ਬਾਹਰਲੇ ਕਮਰੇ ਦੇ ਵਿੱਚੋਂ ਤੁਸੀਂ ਕਨੈਕਸ਼ਨ ਦੇ ਦਿਓ। ਦੇਖੋ ਇਹ ਪੀਟੀਸੀ ਵਾਲੇ ਦਾਅਵਾ ਕਰਦੇ ਨੇ ਕਿ ਅਸੀਂ ਸਾਰੀ ਦੁਨੀਆ ਵਿੱਚ ਕੀਰਤਨ ਸੁਣਾਉਂਦੇ ਹਾਂ ਸਿੱਖਾਂ ਨੂੰ। ਇਹ ਠੀਕ ਹੈ, ਸਿੱਖਾਂ ਨੂੰ ਕੀਰਤਨ ਸੁਣਾਉਂਦੇ ਹੋਣਗੇ, ਪਰ ਮੈਂ ਇਹ ਨਹੀਂ ਮੰਨ ਸਕਦਾ ਕਿ ਸਾਰੇ ਦੁਨੀਆ 'ਚ ਸੁਣਾਉਂਦੇ ਹੋਣਗੇ। ਆਸਟ੍ਰੇਲੀਆ 'ਚ ਹੋਊਗਾ, ਇੰਗਲੈਂਡ 'ਚ ਹੋਊ, ਨਿਊਜ਼ੀਲੈਂਡ ਹੋਊ, ਕੈਨੇਡਾ ਹੋਊ, ਅਮਰੀਕਾ ਹੋਏਗਾ, ਇੰਗਲੈਂਡ ਹੋਏਗਾ, ਕੁਝ ਹੋਰ ਕੰਟਰੀ ਹੋਣਗੇ। ਲੇਕਿਨ ਸਾਡਾ ਮਸਲਾ ਕੱਲਾ ਕੀਰਤਨ ਤੱਕ ਮਹਦੂਦ ਨਹੀਂ ਹੈ, ਸਾਡੀ ਪਛਾਣ ਦਾ ਮਸਲਾ ਵੀ ਹੈ। ਇਹ ਅੰਦਰੋਂ 4 ਹਾਈ ਟੈਕਨੋਲੋਜੀ ਦੇ ਕੈਮਰੇ ਲਾ ਕੇ ਬਾਹਰੋਂ ਕਨੈਕਸ਼ਨ ਦੇ ਦਈਏ, ਜੇ ਅਸੀਂ ਅਲ ਜਜ਼ੀਰਾ ਨੂੰ ਕਨੈਕਸ਼ਨ ਦਈਏ, BBC ਲੰਡਨ ਨੂੰ ਦਈਏ, ਉਹ ਦਰਬਾਰ ਸਾਹਿਬ ਦਿਖਾਵੇ, ਉਹ ਹਰਮੰਦਰ ਸਾਹਿਬ ਦੇ ਅੰਦਰ ਕੀਰਤਨ ਕਰਦੇ ਰਾਗੀ ਸਿੰਘ ਦਿਖਾਉਣ, ਉਹ ਲੰਗਰ ਵਰਤਦਾ ਦਿਖਾਇਆ ਜਾਵੇ, ਸੰਗਤ ਪੰਗਤ ਦਾ ਕਨਸੈਪਟ ਦਿਖਾਇਆ ਜਾਵੇ ਤੇ ਹਰ 10-12 ਦਿਨਾਂ ਬਾਅਦ ਇੱਕ ਨਾ ਇੱਕ ਦਿਨ ਸਿੱਖਾਂ ਦੀ ਹਿਸਟਰੀ ਜਿਹੜੀ ਹੈ ਉਹਦੇ ਤੇ ਸੁਣਾਈ ਜਾਵੇ, ਸਿੱਖ ਪਹਿਰਾਵਾ ਦਿਖਾਇਆ ਜਾਵੇ, ਸਿੱਖਾਂ ਦੇ ਕਾਰ ਦਿਖਾਏ ਜਾਣ। ਪੰਜੋਲੀ ਸਾਹਿਬ ਦੇਖੋ, ਯਾਦ ਹੋਏਗਾ ਜਦੋਂ CN ਟਾਵਰ ਦੇ ਉੱਤੇ ਹਮਲਾ ਹੋਇਆ ਸੀ, ਉਦੋਂ ਬਹੁਤ ਸਾਰੇ ਸਿੱਖਾਂ ਤੇ ਹਮਲਾ ਹੋਇਆ ਸੀ ਅਮਰੀਕਾ ਦੇ ਵਿੱਚ। ਉਹ ਇਸ ਕਰਕੇ ਹੋਇਆ ਸੀ, ਕਹਿੰਦੇ ਵੀ ਤੁਸੀਂ ਤੁਹਾਡਾ ਜਿਹੜਾ ਸਰੂਪ ਹੈ ਉਹ ਇਸਲਾਮਾ ਬਿਨ ਲਾਦਨ ਵਰਗਾ ਹੈ, ਤੇ ਜਦੋਂ ਅਸੀਂ ਆਪਣਾ ਅਲ ਜਜ਼ੀਰਾ ਵਰਗੇ ਚੈਨਲਾਂ ਰਾਹੀਂ ਵੀ ਦਰਬਾਰ ਸਾਹਿਬ ਦਿਖਾਵਾਂਗੇ, ਕੀਰਤਨ ਸੁਣਾਵਾਂਗੇ, ਤਾਂ ਮੈਂ ਸਮਝਦਾ ਗੈਰ ਸਿੱਖਾਂ ਨੂੰ ਵੀ ਸਾਡਾ ਸਰੂਪ। ਤੁਹਾਡਾ ਸੁਝਾਅ ਠੀਕ ਹੈ, ਤੁਹਾਡਾ ਸੁਝਾਅ ਜਿਹੜਾ ਹੈਗਾ ਤੁਸੀਂ ਸਾਹਿਬ, ਮੈਂ ਇਸ ਮੁੱਦੇ ਤੇ ਦੇਖੋ ਤੁਹਾਨੂੰ ਆਈ ਐਮ ਸੌਰੀ ਵਿੱਚੋਂ ਟੋਕਣ ਲੱਗਾ, ਤੁਹਾਡਾ ਸੁਝਾਅ ਠੀਕ ਹੋ ਸਕਦਾ ਹੈ, ਪਰ ਸਵਾਲ ਤਾਂ ਇਹ ਹੈ ਕਿ ਜੋ ਤੁਸੀਂ ਗੱਲਾਂ ਕਹਿ ਰਹੇ ਹੋ ਕਿ ਇਸ ਤਰ੍ਹਾਂ ਹੋ ਸਕਦਾ ਹੈ, ਉਹ ਹੁਣ ਫੈਸਲਾ ਤਾਂ ਲੈਣਾ SGPC ਨੇ। SGPC ਕੀ ਫੈਸਲਾ ਲਏਗੀ ਚਲੋ ਤਾਂ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਏਗਾ, ਪਰ ਜੋ SGPC ਨੇ ਫੈਸਲਾ ਲਿਆ ਵਿਸ਼ੇਸ਼ ਜਨਰਲ ਹਾਊਸ ਕਰਕੇ ਕਿ ਜੇ ਸਰਕਾਰ ਸੋਧ ਵਾਪਸ ਨਹੀਂ ਲਏਗੀ ਤਾਂ ਮੋਰਚਾ ਲਾਵਾਂਗੇ, ਸਰਕਾਰ ਨੇ ਕਹਿਤਾ ਅਸੀਂ ਤਾਂ ਸੋਧ ਵਾਪਸ ਨਹੀਂ ਲੈਂਦੇ। ਗੱਲ ਤਾਂ ਇੱਥੇ ਆ ਕੇ ਖੜੀ ਹੈ ਨਾ ਜੀ। ਹੁਣ ਕੈਮਰੇ 2 ਲਾਈਏ 4 ਲਾਈਏ ਉਹ ਤਾਂ ਬਾਅਦ ਦੀਆਂ ਗੱਲਾਂ ਹੈ, ਸਵਾਲ ਜਿੱਥੇ ਪੇਚ ਆ ਕੇ ਫਸ ਗਿਆ ਸਵਾਲ ਤਾਂ ਉੱਥੇ ਹੈ ਸਾਹਿਬ। ਉਹਨਾਂ ਨੂੰ ਸੋਧ ਕਰਨੀ ਚਾਹੀਦੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਤੋਂ ਬਿਨਾਂ ਚੈਨਲ ਬਣਾਉਣਾ ਚਾਹੀਦਾ ਸੀ। ਨਾ ਉਹਨਾਂ ਨੂੰ ਟਕਰਾਅ ਪੈਣਾ ਚਾਹੀਦਾ, ਨਾ ਉਹਨਾਂ ਨੂੰ ਟਕਰਾਅ ਪੈਣਾ ਚਾਹੀਦਾ। ਦੋਨੇ ਤਰ੍ਹਾਂ ਇਸ ਗੱਲ ਉੱਤੇ ਬਿਲਕੁਲ ਵੀ ਮੈਂ ਸਮਝਦਾ ਠੀਕ ਨਹੀਂ ਹਨ। ਨੰਬਰ 2 ਤੇ ਜਿਸ ਕਿਸਮ ਦੀ ਅਕਾਲੀ ਦਲ ਦੀ ਦਸ਼ਾ ਹੈ ਅੱਜ, ਤੇ ਅਕਾਲੀ ਦਲ ਮੋਰਚੇ ਲਾਉਣ ਦੀ ਸਮਰੱਥਾ ਵਿੱਚ ਨਹੀਂ ਹੈਗਾ। ਜੇ ਮੋਰਚੇ ਲਾਉਣ ਦੀ ਸਮਰੱਥਾ ਵਿੱਚ ਹੁੰਦਾ
ਹਰਿਆਣੇ ਵਿੱਚ ਹਰਿਆਣੇ ਦੀ ਕਮੇਟੀ ਬਚਾਈ ਜਾ ਸਕਦੀ ਸੀ, ਜੀ ਜਿਹੜੀ ਜੀ ਟੁੱਟ ਕੇ 2 ਟੁਕੜੇ ਹੋ ਗਏ। ਜੀ ਪੰਜੋਲੀ ਸਾਹਿਬ, ਤੁਹਾਡਾ ਵੀ ਮੁੰਡਾ ਆ ਗਿਆ ਪੰਜੋਲੀ ਸਾਹਿਬ, ਫੇਰ ਆਪਾਂ ਆਵਾਂਗੇ ਤੁਹਾਡੇ ਵਾਲੇ ਇਸੇ ਮੁੱਦੇ ਤੇ ਜੀ। ਕਮੇਟੀ ਦਾ ਪ੍ਰੈਜ਼ੀਡੈਂਟ ਜੀ ਪੰਜੋਲੀ ਸਾਹਿਬ, ਤੁਹਾਡਾ ਵਿਊ ਪੁਆਇੰਟ ਆ ਗਿਆ, ਤੁਹਾਡੀ ਆ ਗਈ ਗੱਲ। ਬੁੱਟਰ ਸਾਹਿਬ ਮੇਰੀ ਆਵਾਜ਼ ਸੁਣ ਰਹੇ ਹੋ? ਹਾਂਜੀ ਹਾਂਜੀ ਸੁਣ ਰਿਹਾ ਸਿੱਧੂ ਸਾਹਿਬ। ਜੀ ਬੁੱਟਰ ਸਾਹਿਬ, ਵੱਡਾ ਮੁੱਦਾ, ਤੁਸੀਂ ਤਾਂ ਲੰਬੇ ਸਮੇਂ ਤੋਂ ਪੰਥਕ ਮਾਮਲਿਆਂ ਨੂੰ ਕਵਰ ਵੀ ਕਰਦੇ ਆਏ ਹੋ, ਸੀਨੀਅਰ ਜਰਨਲਿਸਟ ਹੋ, ਜਿੱਦਾਂ ਮੈਂ ਹਮੇਸ਼ਾ ਹੀ ਕਹਿੰਦਾ ਕਿ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਬੈਠ ਕੇ ਸਾਰਾ ਕੁਝ ਦੇਖਦੇ ਵੀ ਹੋ, ਕਵਰ ਵੀ ਕਰਦੇ ਹੋ। ਜੋ ਸਥਿਤੀ ਇਸ ਵੇਲੇ ਬਣੀ ਵੀ ਹੈ, ਦੇਖੋ ਸਵਾਲ ਥੋੜਾ ਜਿਹਾ ਅੱਗੇ ਲੰਘ ਗਿਆ। ਕੱਲ ਬਹਿਸ ਦਾ ਮਾਮਲਾ ਇਹ ਸੀ ਕਿ SGPC ਨੇ ਕਿਹਾ ਕਿ ਜੇ ਸੋਧ ਵਾਪਸ ਨਹੀਂ ਲਾਓਗੇ ਮੋਰਚਾ ਲਾਵਾਂਗੇ, ਅਸੀਂ ਸੁਪਰੀਮ ਕੋਰਟ ਜਾਵਾਂਗੇ, ਅਸੀਂ ਗਵਰਨਰ ਕੋਲੇ ਜਾਵਾਂਗੇ, ਰਾਸ਼ਟਰਪਤੀ ਕੋਲੇ ਜਾਵਾਂਗੇ। ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿਤਾ ਕਿ ਤੁਸੀਂ ਤਾਂ ਪਰਿਵਾਰ ਬਚਾ ਰਹੇ ਹੋ, ਸੋ ਮਾਮਲਾ ਤਾਂ ਅੱਗੇ ਲੰਘ ਗਿਆ, ਹੁਣ ਸਹਿਮਤੀ ਵਾਲੀ ਗੱਲ ਤਾਂ ਰਹੀ ਨਹੀਂ। ਇਸ ਸਥਿਤੀ ਨੂੰ ਤੁਸੀਂ ਕਿਵੇਂ ਭਾਂਪ ਰਹੇ ਹੋ ਬੁੱਟਰ ਜੀ? ਦੇਖੋ ਸਿੱਧੂ ਸਾਹਿਬ, ਜਿੱਥੋਂ ਤੱਕ ਗੱਲ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਮੋਰਚਾ ਲਾਉਣ ਦੀ ਗੱਲ ਕੀਤੀ ਆ, ਦੇਖੋ ਜਿਹੜਾ ਬੁਨਿਆਦੀ ਤੌਰ ਤੇ ਜਿਹੜਾ ਇਤਰਾਜ਼ ਕਰਨਾ ਜਿਹੜਾ ਯੋਗ ਬਣਦਾ ਉਹ ਇਸ ਕਰਕੇ ਆ ਕਿ ਜਿਹੜਾ ਗੁਰਦੁਆਰਾ ਐਕਟ 1925 ਦੇ ਵਿੱਚ ਜਿਹੜੀ ਸੋਧ ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਦੀ ਸਹਿਮਤੀ ਤੋਂ ਬਗੈਰ ਜਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਾਹਮਣੇ ਰੱਖਣ ਤੋਂ ਬਗੈਰ ਜਿਹੜੀ ਸੋਧ ਕੀਤੀ ਗਈ ਹੈ, ਉਸ ਕਰਕੇ ਇਤਰਾਜ਼ ਹੈ। ਪਹਿਲੀ ਗੱਲ, ਜਿਵੇਂ ਪੰਜੋਲੀ ਸਾਹਿਬ ਨੇ ਗੱਲ ਕੀਤੀ ਕਿ ਇਸ ਐਕਟ ਦੇ ਵਿੱਚ ਸੋਧ ਦਾ ਜਿਹੜਾ ਦਾਇਰਾ ਆ ਉਹ ਪੰਜਾਬ ਵਿਧਾਨ ਸਭਾ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ, ਕਿਉਂਕਿ ਇੱਕ 1966 ਤੋਂ ਪੰਜਾਬੀ ਸੂਬਾ ਬਣਨ ਤੋਂ ਬਾਅਦ ਇੱਕ ਪਾਰਲੀਮੈਂਟਰੀ ਐਕਟ ਬਣ ਗਿਆ, ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਸੋਧ ਉਹ ਦੇਸ਼ ਦੀ ਪਾਰਲੀਮੈਂਟ ਦੇ ਹੱਥ ਵਿੱਚ ਚਲ ਗਈ, ਕਿਉਂਕਿ ਇਹ ਇੰਟਰਸਟੇਟ ਬੋਡੀ ਹੈ। ਪੰਜਾਬ, ਹਰਿਆਣਾ, ਹਿਮਾਚਲ ਤਿੰਨਾਂ ਸਟੇਟਾਂ ਦੇ ਗੁਰਦੁਆਰਿਆਂ ਦੇ ਜਿਹੜੀ ਸੇਵਾ ਸੰਭਾਲ ਕਰਦੀ ਰਹੀ। ਇਹ ਵੱਖਰੀ ਗੱਲ ਹੈ ਕਿ ਪਿਛਲੇ ਸਾਲ ਹਰਿਆਣੇ ਦੀ ਇੱਕ ਵੱਖਰੀ ਗੁਰਦੁਆਰਾ ਕਮੇਟੀ ਬਣ ਗਈ, ਪਰ ਜਿਹੜਾ ਗੁਰਦੁਆਰਾ ਐਕਟ 1925 ਹੈ ਉਹ ਉਸੇ ਤਰ੍ਹਾਂ ਸਟੈਂਡ ਕਰ ਰਿਹਾ। ਉਹਨੂੰ ਸੁਪਰੀਮ ਕੋਰਟ ਜਾਂ ਦੇਸ਼ ਦੀ ਪਾਰਲੀਮੈਂਟ ਨੇ ਉਹਦਾ ਅਧਿਕਾਰ ਖੇਤਰ ਘੱਟ ਨਹੀਂ ਕੀਤਾ ਜਾਂ ਉਹਦੀ ਜਿਹੜਾ ਸਰੂਪ ਆ ਉਹਦੇ ਵਿੱਚ ਤਬਦੀਲੀ ਨਹੀਂ ਕੀਤੀ। ਦੇਸ਼ ਦੀ ਕੌਮੀ ਜਮਾਤ ਹੋਣ ਦੀ ਹੈਸੀਅਤ ਕਾਂਗਰਸ ਨੇ 1929 ਦੇ ਵਿੱਚ ਆਪਣੇ ਲਾਹੌਰ 'ਚ ਹੋਏ ਇੱਕ ਸੈਸ਼ਨ ਦੇ ਵਿੱਚ ਇੱਕ ਮਤਾ ਪਾਸ ਕਰਕੇ ਸਿੱਖਾਂ ਨੂੰ ਸਦਵਾਇਆ ਸੀ ਕਿ ਜਦੋਂ ਭਾਰਤ ਆਜ਼ਾਦ ਹੋਏਗਾ ਤੇ ਦੇਸ਼ ਦੇ ਵਿੱਚ ਕੋਈ ਵੀ ਅਜਿਹਾ ਸੰਵਿਧਾਨ ਕਾਂਗਰਸ ਸਰਕਾਰ ਨਹੀਂ ਕਰੇਗੀ ਜੋ ਸਿੱਖਾਂ ਲਈ ਤਸੱਲੀਬਖਸ਼ ਨਹੀਂ ਹੋਏਗਾ। ਤੇ ਫਿਰ ਇਸ ਦੇ ਮੱਦੇਨਜ਼ਰ ਗੁਰਦੁਆਰਾ ਐਕਟ 1925 ਦੇ ਵਿੱਚ ਸਿੱਖਾਂ ਦੀ ਭਰੋਸਗੀ ਤੋਂ ਬਗੈਰ, ਉਹਨਾਂ ਨੂੰ ਭਰੋਸੇ 'ਚ ਲਾਏ ਤੋਂ ਬਗੈਰ ਜਿਹੜਾ ਸੋਧ ਕਰਨੀ ਆ ਉਹ ਕਿਸ ਤਰ੍ਹਾਂ ਪ੍ਰਵਾਨ ਹੋ ਸਕਦੀ ਆ? ਬੁੱਟਰ ਸਾਹਿਬ ਸਾਰੀਆਂ ਗੱਲਾਂ ਸਹੀ ਹੈ ਜੀ ਜੀ। ਬੁੱਟਰ ਸਾਹਿਬ ਦੇਖੋ, ਤੁਸੀਂ ਜਰਨਲਿਸਟ ਹੋ, ਸਾਰੀਆਂ ਗੱਲਾਂ ਸਹੀ ਹੈ। ਜਿਹੜਾ ਪੰਡਿਤ ਜਵਾਹਰ ਲਾਲ ਨਹਿਰੂ ਦੀ ਗੱਲ ਕਰ ਲਈਏ, ਮਾਸਟਰ ਤਾਰਾ ਸਿੰਘ ਜੀ ਦੀ ਗੱਲ ਕਰ ਲਈਏ, ਸਮਝੌਤਾ ਹੋਇਆ 1925 ਦੇ ਐਕਟ ਦੀ ਗੱਲ ਕਰ ਲਈਏ, ਸੋਧ ਨਹੀਂ ਹੋ ਸਕਦੀ, ਪਾਰਲੀਮੈਂਟ ਦਾ ਮਾਮਲਾ, ਸਾਰੇ ਮਾਮਲੇ ਰਿੜਕੇ ਜਾ ਰਹੇ ਹੈ। ਆਪਾਂ ਚਾਹੇ ਗੱਲ ਕਰ ਲਈਏ ਮੀਡੀਆ ਦੇ ਅੰਦਰ, ਸਿੱਖ ਪੰਥਕ ਹਲਕਿਆਂ ਦੇ ਅੰਦਰ, ਇਹ ਮਾਮਲੇ ਸਭ ਤੋਂ ਚੰਗੀ ਤਰ੍ਹਾਂ ਮੰਥਨ ਹੋ ਰਹੇ ਹੈ। ਪਰ ਸਥਿਤੀ ਜੋ ਇਸ ਵੇਲੇ ਬਣੀ ਹੈ, ਜੋ SGPC ਨੇ ਕਿਹਾ, ਸਰਕਾਰ ਨੇ ਕਿਹਾ ਅਸੀਂ ਨਹੀਂ ਮੰਨਾਂਗੇ, ਫਿਰ ਰਸਤਾ ਕੀ ਹੈ? SGPC ਪਿੱਛੇ ਹਟੇਗੀ ਜਾਂ ਸਰਕਾਰ ਪਿੱਛੇ ਹਟੇਗੀ? ਜਿਵੇਂ ਸਰਕਾਰ ਨੇ ਕੱਲ ਦੇ ਇਜਲਾਸ ਨੂੰ ਇਸ ਤਰ੍ਹਾਂ ਪ੍ਰਭਾਸ਼ਿਤ ਕੀਤਾ, ਉਹਨਾਂ ਕਿਹਾ ਕਿ ਜੇ ਇਹ ਇੱਕ ਪਰਿਵਾਰ ਨੂੰ ਬਚਾਉਣ ਦੀ ਜਿਹੜੀ ਕਵਾਇਦ ਆ, ਮੰਨ ਲਓ ਫਰਜ਼ ਕਰੋ ਵੀ ਸਰਕਾਰ ਦੀ ਮਨਸ਼ਾ ਜਿਹੜੀ ਆ ਉਹ ਸਿਰਫ ਬਾਦਲ ਪਰਿਵਾਰ ਦੇ ਕੋਲੋਂ ਗੁਰਦੁਆਰਿਆਂ ਨੂੰ ਮੁਕਤ ਕਰਾਉਣਾ ਹੀ ਹੋਵੇ ਜੀ, ਜਾਂ ਉਹਦਾ ਟਾਰਗੇਟ ਬਾਦਲ ਪਰਿਵਾਰ ਹੋਵੇ ਜਾਂ ਬਾਦਲ ਪਰਿਵਾਰ ਦੇ ਸ਼ਾਸਨ ਦੌਰਾਨ ਹੋਈਆਂ ਬੇਨਿਯਮੀਆਂ ਹੋਣ, ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮੁੱਦੇ ਤੇ ਇਹਨਾਂ ਕਿੰਨਾ ਕੁਝ ਢਕਾਉਣ ਜਿਹੜਾ ਕਿਹਾ। ਤੇ ਆ ਕੁਝ ਦਿਨ ਪਹਿਲਾਂ ਜਿਹੜੇ ਉਹਦੇ ਗਵਾਹ ਆ ਉਹਨਾਂ ਕਹਿ ਦਿੱਤਾ ਕਿ ਜਿਹੜੇ ਸਾਡੇ ਕੋਲੋਂ ਜਿਹੜਾ ਉਹ ਬਾਦਲ ਪਰਿਵਾਰ ਨੂੰ ਟਾਰਗੇਟ ਕਰਨ ਦੇ ਲਈ ਜਿਹੜਾ ਉਹ ਗੁੰਮਰਾਹ ਕਰਕੇ ਦਸਤਖਤ ਕਰਾਏ ਗਏ। ਦੱਸੋ ਕਿੰਨੀ ਫੂਕ ਨਿਕਲ ਗਈ। ਜਿਹੜੀ ਮਾਨ ਸਰਕਾਰ ਨੂੰ ਹੋਣ ਚਾਹੀ ਨੂੰ 1.5 ਸਾਲ ਤੋਂ ਉੱਪਰ ਸਮਾਂ ਹੋ ਚੱਲਿਆ, ਪਰ ਅਜੇ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦਾ ਮਸਲਾ ਪਾਰਦਰਸ਼ੀ ਤੌਰ ਤੇ ਕਿਸੇ ਵੀ ਤਣ ਪੱਤਰ ਨਹੀਂ ਲੱਗਾ। ਇਹ ਤੀਜੇ ਕੁ ਦਿਨ ਸੋਚਾ ਛੱਡ ਦਿੰਦੇ, ਜਿਵੇਂ ਭੁੱਲਰ ਸਾਹਿਬ ਨੇ ਗੱਲ ਕੀਤੀ ਕਿ ਉਹ ਕਿੰਨੀ ਜੇ ਕਾਹਲੀ ਦੇ ਵਿੱਚ ਜਾ ਕੇ ਇੰਨੀ ਲੋਕਾਂ ਦੇ ਵਿੱਚ ਉਤਸੁਕਤਾ ਪੈਦਾ ਕਰਕੇ ਮੀਡੀਆ ਕਾਨਫਰੰਸ ਕਰਕੇ ਮਾਨ ਸਾਹਿਬ ਪ੍ਰਧਾਨ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ, ਉਹ ਕਹਿੰਦੇ ਕਿ ਚਰਨਜੀਤ ਚੰਨੀ ਨੇ ਇੱਕ ਖਿਡਾਰੀ ਨੂੰ ਨੌਕਰੀ ਦੇਣ ਦੇ ਬਦਲੇ 2 ਕਰੋੜ ਲਏ। ਉਹ ਪ੍ਰੈਸ ਕਾਨਫਰੰਸ ਕਰਕੇ ਸੰਬੋਧਨ ਕਿਹਨੂੰ ਕਰ ਰਹੇ ਸੀ? ਹਮੇਸ਼ਾ ਪ੍ਰੈਸ ਕਾਨਫਰੰਸ ਉਹ ਧਿਰ ਕਰਦੀ ਹੁੰਦੀ ਆ ਜਿਹੜੀ ਪੀੜਤ ਹੋਵੇ ਤੇ ਕਿਸੇ ਨੂੰ ਸੁਣਾਉਣਾ ਚਾਹੁੰਦੀ ਹੋਵੇ। ਦੂਜੀ ਗੱਲ, ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਜਿਹੜਾ ਸਰਕਾਰ ਨੇ ਚੰਨੀ ਦੇ ਖਿਲਾਫ ਕਾਰਵਾਈ ਕੀ ਕੀਤੀ ਆ? ਸੋ ਇਸ ਤਰੀਕੇ ਨਾਲ ਕਦੇ ਉਹ ਸਿੱਧੂ ਮੂਸੇਵਾਲੇ ਦੇ
ਕਾਤਲ ਜਿਹੜਾ ਗੋਲਡੀ ਬਰਾੜ ਆ ਉਹਦੇ ਬਾਰੇ ਦਾਵਾ ਕਰਦੇ ਸੀ ਅਸੀਂ ਕੈਨੇਡਾ ਤੋਂ ਡਿਟੇਨ ਕਰ ਲਿਆ, ਕੁਝ ਦਿਨਾਂ ਅਸੀਂ ਪੰਜਾਬ ਲਿਆਵਾਂਗੇ। ਕਦੇ ਕਹਿੰਦੇ ਆ ਪੰਜਾਬ ਦੇ ਵਿੱਚ BMW ਦੀ ਆਪਾਂ ਪਲਾਂਟ ਲਾ ਰਹੇ, ਪੰਜਾਬ ਦੇ ਵਿੱਚ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇਗਾ। ਇਸੇ ਤਰ੍ਹਾਂ ਇਹ ਮੈਨੂੰ ਲੱਗਦਾ ਹੈ ਇਹ ਸਰਕਸ ਸਮਝ ਰਹੇ ਸਰਕਾਰ ਨੂੰ, ਜਿਹੜੇ ਸਰਕਸ ਜਾਂ ਕਮੇਡੀ ਸ਼ੋਅ ਦੇ ਵਿੱਚ ਕੁਝ ਪਲਾਂ ਦੇ ਲਈ ਲੋਕਾਂ ਦਾ ਮਨੋਰੰਜਨ ਕਰਨ ਲਈ ਜਿਹੜੇ ਡਾਇਲਾਗ ਘੜੇ ਜਾਂਦੇ ਆ, ਇਸ ਤਰੀਕੇ ਦੇ ਨਾਲ ਕਰ ਰਹੇ ਆ। ਜੇਕਰ ਸੱਚੀ ਮੁੱਚੀ ਮਾਨ ਸਰਕਾਰ ਕੁਝ ਸੰਜੀਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਕੇਂਦਰ ਸਰਕਾਰ ਨੂੰ ਲਿਖੇ, ਹਾਂਜੀ, ਜੋ ਕਰਨਾ ਬਣਦਾ, ਜੋ ਲੀਗਲੀ ਕਰਨਾ ਬਣਦਾ, ਜਿਹੜੀਆਂ ਚੋਣਾਂ 10 ਸਾਲ ਤੋਂ ਨਹੀਂ ਹੋ ਸਕੀਆਂ। ਸੋ ਇਹ ਇਸ ਤਰੀਕੇ ਦੇ ਨਾਲ ਇਹ ਬਾਦਲ ਪਰਿਵਾਰ ਨਹੀਂ, ਇਹਨਾਂ ਦਾ ਟਾਰਗੇਟ ਹੈ ਪੰਥ ਆ ਤੇ ਪੰਥ ਦੀਆਂ ਸੰਸਥਾਵਾਂ ਨੇ। ਪੰਜੋਲੀ ਸਾਹਿਬ ਵੀ ਸਾਡੇ ਨਾਲ ਲਾਈਨ ਤੇ ਨੇ। ਦੇਖੋ ਪੰਥ ਦੇ ਵਿੱਚ ਤੁਹਾਡੇ ਵਕਤੀ ਤੌਰ ਤੇ ਜਿਹੜਾ ਪੰਥ ਦੀਆਂ ਸੰਸਥਾਵਾਂ ਤੇ ਗਲਤ ਬੰਦੇ ਕਾਬਜ ਹੋ ਸਕਦੇ ਆ ਤੇ ਉਹਨਾਂ ਨੂੰ ਤੁਸੀਂ ਹਟਾ ਸਕਦੇ ਹੋ, ਪਰ ਪੰਥਕ ਸੰਸਥਾਵਾਂ ਨੂੰ ਹੀ ਢਾਉਣਾ ਕਿੱਥੋਂ ਤੱਕ ਦੱਸੋ ਵਾਜਿਬ ਆ? ਉਹਨਾਂ ਦੀ ਪੰਥਕ ਸੰਸਥਾਵਾਂ ਦੀ ਸ਼ਕਤੀ ਨੂੰ ਕਮਜ਼ੋਰ ਕਰਨਾ ਕਿੱਥੋਂ ਤੱਕ ਵਾਜਿਬ ਆ? ਸੋ ਇਸ ਤਰ੍ਹਾਂ ਮੈਨੂੰ ਲੱਗਦਾ ਇਹ ਟਕਰਾਅ ਜਿਹੜਾ ਪੰਥ ਵਰਸਸ ਸਰਕਾਰ ਵੱਲ ਵੱਧ ਰਿਹਾ, ਜੋ ਨਾ ਤੇ ਪੰਥ ਦੇ ਭਲੇ ਚ ਨਾ ਪੰਜਾਬ ਦੇ ਨਾ ਮਾਨ ਸਰਕਾਰ ਦੇ। ਪੰਜਾਬ ਦੇ ਕਰਨ ਨੂੰ ਬੜੇ ਕੰਮ ਨੇ, ਡਿਵੈਲਪਮੈਂਟ ਦੇ ਕੰਮ ਨੇ, ਲੋਕਾਂ ਦੇ ਭਲੇ ਦੇ ਕੰਮ ਨੇ, ਉਸ ਪਾਸੇ ਧਿਆਨ ਦੇਣ ਦੀ ਲੋੜ ਆ। ਜੇਕਰ ਪੰਥਕ ਸੰਸਥਾਵਾਂ ਦੇ ਉੱਤੇ ਕਿਸੇ ਵਿਅਕਤੀ ਵਿਸ਼ੇਸ਼ ਜਾਂ ਪਰਿਵਾਰ ਵਿਸ਼ੇਸ਼ ਦੇ ਗਲਬੇ ਨੂੰ ਹਟਾਉਣਾ ਆ ਤੇ ਉਹਦੇ ਲਈ ਸੰਵਿਧਾਨਕ ਤੌਰ ਤੇ ਕੰਮ ਕਰਨ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਾ ਦੇਣ, ਆਪੇ ਪਤਾ ਲੱਗ ਜਾਏਗਾ ਕੌਮ ਜਿਹੜੀ ਕਿਹਦੇ ਹੱਕ ਚੱਕ ਦੇ ਖਿਲਾਫ ਆ। ਤੁਹਾਡਾ ਵਿਊ ਪੁਆਇੰਟ ਆ ਗਿਆ, ਤੁਹਾਡੀ ਆ ਗਈ ਗੱਲ। ਗੈਰ ਸੰਵਿਧਾਨਕ ਤਰੀਕੇ ਦੇ ਨਾਲ ਪੰਥਕ ਸੰਸਥਾਵਾਂ ਦੇ ਦਾਇਰੇ ਦੇ ਵਿੱਚ ਤੇ ਉਹਨਾਂ ਦੀ ਜਿਹੜੀ ਆ ਮਾਨ ਮਰਿਆਦਾ ਦੇ ਵਿੱਚ ਜਿਹੜਾ ਉਹ ਦਖਲ ਦੇਣਾ ਸਰਕਾਰ ਦੀ ਉਹ ਵਾਜਬ ਨਹੀਂ ਹੈਗਾ। ਤੁਹਾਡੀ ਗੱਲ ਆ ਗਈ ਅਮਰਿੰਦਰ ਜੀ, ਬਹੁਤ ਵੱਡਾ ਮੁੱਦਾ। ਜਿਸ ਮੁੱਦੇ ਤੇ ਦੇਖੋ ਤੁਸੀਂ ਵੀ ਪੰਥਕ ਮਾਮਲਿਆਂ 'ਚ ਵੱਡੇ ਟਕਰਾਅ ਵੀ ਦੇਖੇ ਆ, ਆਪਣੇ ਪਿੰਡੇ ਤੇ ਇਵੈਂਟ ਆਇਆ, ਉਹ ਦਰਦ ਨੂੰ, ਉਸ ਚੀਜ਼ ਨੂੰ ਜਿਹੜਾ ਹੈਗਾ ਜੋ ਸਥਿਤੀ ਇਸ ਵੇਲੇ ਬਣੀ ਹੈ। ਬੁੱਟਰ ਹੁਣੀ ਕਹਿ ਰਿਹਾ ਕਿ ਸਿੱਧੇ ਤੌਰ ਤੇ ਪੰਥ ਨਾਲ ਟਕਰਾਅ ਦੀ ਗੱਲ ਕਰ ਰਿਹਾ ਭਗਵੰਤ ਮਾਨ, ਪਰ ਭਗਵੰਤ ਮਾਨ ਕਹਿ ਰਿਹਾ ਕਿ ਮੈਂ ਤਾਂ ਇੱਕ ਪਰਿਵਾਰ ਦੀ ਗੱਲ ਕਰਦਾ, ਪੰਥ ਦੇ ਬਾਰੇ ਮੈਂ ਗੱਲ ਹੀ ਨਹੀਂ ਕਰਦਾ। ਪਰ ਸਥਿਤੀ ਜੋ ਵੀ ਹੈ, ਇੱਕ ਪਾਸੇ SGPC, ਇੱਕ ਪਾਸੇ ਭਗਵੰਤ ਮਾਨ, ਸਿੱਧੇ ਤੌਰ ਤੇ ਟਕਰਾਅ ਵਾਲੀ ਇੱਕ ਗੱਲ ਜ਼ਰੂਰ ਜਿਹੜੀ ਹੈਗੀ ਆ ਅਮਰਿੰਦਰ ਜੀ ਕਿ ਸਮੁੱਚੀਆਂ ਪੰਥਕ ਧਿਰਾਵਾਂ ਮੀਡੀਆ 'ਚ ਜਿੰਨਾ ਵੀ ਪੜ੍ਹਿਆ ਸੁਣਿਆ ਦੇਖਿਆ, ਕਿਸੇ ਨੇ ਇਸ ਮੁੱਦੇ ਤੇ ਸਰਕਾਰ ਦੀ ਸੋਚ ਦੀ ਹਮਾਇਤ ਤਾਂ ਨਹੀਂ ਕੀਤੀ, ਪਰ ਉਹ ਦੂਜੇ ਪਾਸੇ ਜਿਹੜੀ SGPC ਜਾਂ ਪੰਥਕ ਲੀਡਰਸ਼ਿਪ ਹੈ ਉਹਦੇ ਤੇ ਵੀ ਕਈ ਗੱਲਾਂ ਤੇ ਤਵੱਕੋਂ ਕਰਦੇ ਆ ਕਿ ਇਹਦੇ ਸੁਧਾਰ ਕਰਨ ਦੀ ਜ਼ਰੂਰਤ ਹੈ। ਸਿੱਧੂ ਸਾਹਿਬ, ਖਾਲੀ ਤੁਸੀਂ ਇੱਕ ਪਾਸੜ ਦੀ ਗੱਲ ਕੀਤੀ ਹੈ ਕਿ ਸਰਕਾਰ ਦੀ ਉਹਨਾਂ ਨੇ ਹਮਾਇਤ ਨਹੀਂ ਕੀਤੀ, ਉਹ ਬੋਲੀਆਂ ਵੀ ਨਹੀਂ ਹੈ। ਆਪਾਂ ਇਹ ਦੇਖਿਆ ਕਿ ਕੋਈ ਵੀ ਵੱਡੀ ਧਿਰ ਜਿਹੜੀ ਹੈ, ਈਵਨ ਸ਼੍ਰੋਮਣੀ ਅਕਾਲੀ ਦਲ ਨਹੀਂ ਬੋਲਿਆ ਅੱਜ ਤੱਕ, ਸ਼੍ਰੋਮਣੀ ਅਕਾਲੀ ਦਲ ਦੀ ਕੋਈ ਆਫੀਸ਼ੀਅਲ ਸਟੇਟਮੈਂਟ ਨਹੀਂ ਆਈ ਇਸ ਸਾਰੇ ਐਪੀਸੋਡ ਦੇ ਵਿੱਚ, ਸਿਰਫ ਇੱਕ ਸ਼੍ਰੋਮਣੀ ਕਮੇਟੀ ਬੋਲ ਰਹੀ ਹੈ ਔਰ ਉਸ ਨੂੰ ਬੁਲਵਾਇਆ ਜਾ ਰਿਹਾ। ਇਹੀ ਸਾਡਾ ਮਤਲਬ ਅਫਸੋਸ ਦੀ ਗੱਲ ਹੈ ਤੇ ਇਹ ਜਿਹੜੀ ਚੀਜ਼ ਹੈ ਇਹ ਨਹੀਂ ਹੋਣੀ ਚਾਹੀਦੀ। ਬਿਲਕੁਲ ਬੁੱਟਰ ਸਾਹਿਬ ਦੀ ਗੱਲ 'ਚ ਵਜਨ ਹੈਗਾ, ਪਰ ਉਸ ਆਪਾਂ ਇੱਕ ਪਾਸੜ ਗੱਲ ਨਹੀਂ ਨਾ ਕਰ ਸਕਦੇ। ਆਪਾਂ ਦੇਖ ਰਹੇ ਹਾਂ ਕਿ 14 ਸਾਲ ਤੋਂ ਗੁਰਬਾਣੀ ਦਾ ਜਿਹੜਾ ਵਪਾਰ ਹੋ ਰਿਹਾ, ਇੱਕ ਪਰਿਵਾਰ ਵਪਾਰ ਕਰ ਰਿਹਾ, ਅਸੀਂ ਸਾਰੇ ਬੇਬਸ ਹਾਂ। ਹੁਕਮਨਾਮਾ ਜਥੇਦਾਰ ਸਾਹਿਬ ਨੇ ਕਰਤਾ, ਸ਼੍ਰੋਮਣੀ ਕਮੇਟੀ ਨੇ ਹੁਕਮਨਾਮਾ ਵੀ ਮੰਨਣ ਤੋਂ ਇਨਕਾਰ ਕਰਤਾ, ਕਹਿੰਦੇ ਜੀ ਅਸੀਂ ਤਾਂ ਦੇਖ ਹੀ ਨਹੀਂ ਰਹੇ, ਸਾਨੂੰ ਤਾਂ ਹੁਕਮਨਾਮਾ ਦਿਖ ਹੀ ਨਹੀਂ ਰਿਹਾ। ਹੁਣ ਅੱਜ ਪੋਜੀਸ਼ਨ ਇਹ ਆ ਗਈ ਹੈ ਕਿ ਸਰਕਾਰ ਨੇ ਵਿਧਾਨ ਸਭਾ ਦਾ ਵਿੱਚ ਮਤਾ ਕਰਤਾ ਹੈ ਕਿ ਗੁਰਬਾਣੀ ਫ੍ਰੀ ਹੋਣੀ ਚਾਹੀਦੀ ਹੈ, ਉਸ ਤੇ ਵੱਡਾ ਇਤਰਾਜ਼ ਹੋ ਗਿਆ, ਬਹਾਨਾ ਇਹ ਲੈ ਲਿਆ ਕਿ ਸਰਕਾਰ ਦਖਲ ਦੇ ਰਹੀ ਹੈ। ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਹ ਖਬਰਾਂ ਆ ਰਹੀਆਂ ਕਿ PTC ਜਿਹੜਾ ਹੈ ਖੁਦ ਹੀ ਬਾਹਰ ਹੋ ਰਿਹਾ ਹੈ ਕਿ ਜੀ ਸਾਨੂੰ ਛੁੱਟੀ ਬਖਸ਼ੋ, ਅਸੀਂ ਵਾਪਸ ਜਾ ਰਹੇ ਹਾਂ, ਪਰ ਸ਼੍ਰੋਮਣੀ ਕਮੇਟੀ ਨਹੀਂ ਕਹਿ ਰਹੀ ਕਿ ਅਸੀਂ ਵਪਾਰ ਬੰਦ ਕਰਾਂਗੇ। ਅੱਜ ਤੱਕ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਹ ਨਹੀਂ ਬਿਆਨ ਦੇ ਸਕਿਆ ਕਿ ਅਸੀਂ ਦਰਬਾਰ ਸਾਹਿਬ ਦੀ ਗੁਰਬਾਣੀ ਵਪਾਰਿਕ ਤੌਰ ਦੇ ਉੱਪਰ ਨਹੀਂ ਵਰਤਾਂਗੇ, ਫ੍ਰੀ ਹੋਏਗੀ, ਜਿਹੜਾ ਵੀ ਚੈਨਲ ਮੰਗੇਗਾ ਉਹਨੂੰ ਦਾਂਗੇ। ਉਹ ਐਸੀ ਗੱਲ ਨਹੀਂ ਅੱਜ ਤੱਕ ਆਈ ਹੈ ਤੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਸੇ ਗੱਲ ਇਹਨਾਂ ਦੀ ਜਿਹੜੀ ਚੁੱਪੀ ਹੈ, ਇਸ ਵਪਾਰ ਨੂੰ ਨਾ ਕਰਨ ਦੀ ਜਿਹੜੀ ਚੁੱਪੀ ਹੈ, ਉਸ ਨੇ ਟਕਰਾਅ ਬਣਾਇਆ ਹੋਇਆ ਤੇ ਬਿਹਤਰ ਇਹ ਹੋਏਗਾ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਧਾਨ ਹੈ ਉਹ ਸਾਰੀ ਸੰਗਤ ਨੂੰ ਆਸ਼ਵਾਸਨ ਦੇਵੇ ਕਿ ਦਰਬਾਰ ਸਾਹਿਬ ਦੀ ਜਿਹੜੀ ਵੀ ਗੁਰਬਾਣੀ ਹੈ, ਹੁਕਮਨਾਮਾ ਹੈਗਾ ਜਾਂ ਹੋਰ ਜੋ ਵੀ ਉੱਥੇ ਐਕਟੀਵਿਟੀਜ਼ ਚੱਲ ਰਹੀਆਂ, ਉਸ ਦੇ ਉੱਪਰ ਪੂਰੀ ਸੰਗਤ ਦਾ ਅਧਿਕਾਰ ਹੈ। ਸੰਗਤ ਦੇ ਵਿੱਚ ਜਿਹੜਾ ਵੀ ਚੈਨਲ ਆਏਗਾ ਅਸੀਂ ਉਸ ਨੂੰ ਉਹ ਸਿਗਨਲ ਦਾਂਗੇ, ਐਸਾ ਆਸ਼ਵਾਸਨ ਨਹੀਂ ਆ ਰਿਹਾ। ਉਹ ਇੱਕੋ ਹੀ ਚੈਨਲ ਜਿਹੜਾ ਉਸ ਨੂੰ ਦਿਖਾ ਰਿਹਾ, ਉਹਦੇ ਨਾਲ ਉਹ ਵਪਾਰ ਕਰ ਰਿਹਾ, ਉਹਦੇ ਤੋਂ ਪੈਸੇ ਕਮਾ ਰਿਹਾ। ਇਹ ਚੀਜ਼ਾਂ ਸਭ ਦੇ ਸਾਹਮਣੇ ਆ। ਜਿਸ ਜਥੇਦਾਰ ਨੇ ਹੁਕਮਨਾਮਾ ਜਾਰੀ ਕੀਤਾ, ਉਹ ਜਥੇਦਾਰ ਵੀ ਅਸੀਂ ਦੇਖਿਆ ਕਿ ਉਸ ਨੂੰ ਕਿਸ ਤਰੀਕੇ ਦੇ ਨਾਲ ਕੱਢਿਆ ਗਿਆ ਤੇ ਕੱਲ ਦੇ ਇਜਲਾਸ ਦੇ ਵਿੱਚ ਜਥੇਦਾਰ ਸਾਹਿਬ ਨੂੰ ਬੁਲਾਇਆ ਨਹੀਂ ਗਿਆ ਜਾਂ ਉਹ ਖੁਦ ਨਹੀਂ ਆਏ। ਇਹ ਅਜੇ ਘੋਖ ਦਾ ਵਿਸ਼ਾ ਹੈ, ਲੇਕਿਨ ਫੈਕਚੁਅਲ ਪੋਜੀਸ਼ਨ ਇਹ ਹੈ ਕਿ ਜਥੇਦਾਰ ਸਾਹਿਬ ਉੱਥੇ ਹਾਜ਼ਰ ਨਹੀਂ ਸੀਗੇ, ਗਿਆਨੀ ਹਰਪ੍ਰੀਤ ਸਿੰਘ ਜੀ। ਸੋ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਨਿਕਲ ਰਹੇ ਹਾਂ। ਸਾਡੇ ਤਖਤ ਸਾਹਿਬਾਨ ਤੇ ਕੀ ਹੋ ਰਿਹਾ ਇਹ ਸਾਡੇ ਸਭ ਦੇ ਸਾਹਮਣੇ ਹੈ। ਕੇਸਗੜ੍ਹ ਸਾਹਿਬ ਕੀ ਹੋ ਰਿਹਾ ਹੈ, ਤਲਵੰਡੀ ਸਾਹਿਬੋਂ ਕੀ ਹੋ ਰਿਹਾ, ਇਹ ਸਭ ਕੁਝ ਸਾਡੇ ਸਾਹਮਣੇ ਹੈ। ਸੋ ਮੈਂ ਤਾਂ ਬਹੁਤ ਹੱਥ ਜੋੜ ਕੇ ਪ੍ਰਧਾਨ ਜੀ ਨੂੰ ਇਹੀ ਬੇਨਤੀ ਕਰ ਸਕਦਾ ਕਿ ਪ੍ਰਧਾਨ ਜੀ ਇਸ ਨੂੰ ਤੁਸੀਂ ਇੱਕ ਪਰਿਵਾਰ ਦੇ ਕਠਪੁਤਲੀ ਬਣ ਕੇ ਟਕਰਾਅ ਨੂੰ ਪੂਰੇ ਪੰਥ ਨੂੰ ਨਾ ਝੋਕੋ। ਪੰਥ ਨੇ ਤੁਹਾਡੇ ਨਾਲ ਨਹੀਂ ਖੜਨਾ। ਤੁਸੀਂ ਕਹਿ ਰਹੇ ਹੋ ਵੱਡਾ ਸਵਾਲ ਅਮਰਿੰਦਰ ਜੀ, ਵੱਡਾ ਸਵਾਲ ਤੁਸੀਂ ਕਹਿ ਰਹੇ ਹੋ। ਮੈਂ ਕਹਿ ਰਿਹਾ ਪੰਥ ਨੇ ਤੁਹਾਨੂੰ ਪੰਜੋਲੀ ਸਾਹਿਬ ਨੇ ਵੀ ਇਹੀ ਗੱਲ ਕਹੀ ਹੈ ਕਿ ਅਕਾਲੀ ਦਲ ਜਿਹੜਾ ਜੇ ਲੜਾਈ ਲੜਨੀ ਪੈਗੀ
ਤਾਂ ਮੋਰਚਾ ਅਕਾਲੀ ਦਲ ਨਹੀਂ ਲਗਾ ਸਕਦਾ, ਜੋ ਸਥਿਤੀ ਬਣੀ ਵੀ ਹੈ। ਤੁਹਾਨੂੰ ਲੱਗਦਾ ਹੈ ਕਿ ਜੇ ਲੜਾਈ ਲੜਨੀ ਪਈ ਤਾਂ ਫਿਰ ਪੰਥ ਦੀ ਗੱਲ ਕਰਦੇ ਹਾਂ, ਐਸਜੀਪੀਸੀ ਜਾਂ ਅਕਾਲੀ ਦਲ ਲੜਾਈ ਨਹੀਂ ਲੜ ਸਕੇਗਾ? ਮੈਂ ਕਹਿ ਰਿਹਾ ਸਿੱਧੂ ਸਾਹਿਬ, ਸਾਡੇ ਵਰਗੇ ਬੰਦੇ ਇੰਨੀ ਨਮੋਸ਼ੀ 'ਚ ਹੈ ਕਿ ਜੇ ਤਾਂ ਉਹ ਹਾਰਦੇ ਹੈ ਤਾਂ ਵੀ ਸਾਡਾ ਸਿਰ ਝੁਕਦਾ ਹੈ, ਤੇ ਜੇ ਅਸੀਂ ਉਹਨਾਂ ਨਾਲ ਅਸੀਂ ਜਾ ਨਹੀਂ ਸਕਦੇ ਕਿਉਂਕਿ ਬੇਅਦਬੀ ਦੇ ਦੋਸ਼ ਉਹਨਾਂ ਦੇ ਉੱਪਰ ਲੱਗੇ ਹੋਏ ਆ। ਅੱਜ ਤੱਕ ਸ਼੍ਰੋਮਣੀ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਮਤਾ ਨਹੀਂ ਪਾਸ ਕੀਤਾ, ਅੱਜ ਤੱਕ ਮੰਗ ਨਹੀਂ ਕੀਤੀ ਕਿ ਦੋਸ਼ੀ ਫੜੇ ਜਾਣ, ਤੇ ਇਹਦੇ ਲਈ ਉਹ ਮੋਰਚਾ ਲਾ ਰਹੇ ਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਤਾਂ ਚੁੱਪ ਕਰਕੇ ਬੈਠੇ ਆ। ਹਰਿਆਣਾ ਕਮੇਟੀ ਦੇ ਵਿੱਚ ਬੁੱਟਰ ਸਾਹਿਬ ਕਹਿ ਰਹੇ ਆ ਕਿ ਬਈ ਹਰਿਆਣਾ ਕਮੇਟੀ ਜਿਹੜੀ ਆ ਹਰਿਆਣੇ ਨੇ ਬਣਾਤੀ, ਖਾਲੀ ਹਰਿਆਣਾ ਕਮੇਟੀ ਨਹੀਂ ਬਣਾਈ, ਗੁਰਦੁਆਰਾ ਸਾਹਿਬ ਵੀ ਖੋਲੇ, ਤੁਹਾਨੂੰ ਕੱਢਤਾ ਉੱਥੋਂ ਉਹਨਾਂ ਨੇ। ਕਿਸ ਤਰੀਕੇ ਦੇ ਨਾਲ ਕਟਰ ਦਿਖਾਏ ਗਏ, ਕਟਰਾਂ ਦੇ ਨਾਲ ਗੋਲਕਾਂ ਤੋੜੀਆਂ ਗਈਆਂ, ਸਭ ਕੁਝ ਸਾਹਮਣੇ ਆ ਸਾਡੇ। ਲੇਕਿਨ ਇਹ ਪ੍ਰਧਾਨ ਸਾਹਿਬ ਤੇ ਇਹਨਾਂ ਦੀ ਪੂਰੀ ਕਮੇਟੀ ਨੀਵੀਂ ਪਾ ਕੇ ਬੈਠੀ ਰਹੀ। ਤੇ ਅੱਜ ਜੇ ਇਹਨਾਂ ਨੂੰ ਗੁਰਬਾਣੀ ਦਾ ਵਪਾਰ ਕਰਨ ਲਈ ਜੇ ਕੋਈ ਬੰਦਾ ਕਹਿ ਰਿਹਾ ਕਿ ਵੀ ਵਪਾਰ ਨਹੀਂ ਕਰਨਾ, ਤੇ ਉਸ ਦੇ ਉੱਪਰ ਇਹ ਕਹਿ ਰਿਹਾ ਕਿ ਜੀ ਅਸੀਂ ਆਪਣੇ ਜਿਹੜੇ ਆਕਾ ਹੈਗੇ ਉਹਨਾਂ ਨੂੰ ਖੁਸ਼ ਕਰਨ ਲਈ ਜਾਂ ਉਹਨਾਂ ਨੂੰ ਵਾਪਸ ਸੱਤਾ ਦੇ ਵਿੱਚ ਲਿਆਉਣ ਲਈ, ਉਹਨਾਂ ਨੂੰ ਵਾਪਸ ਹੀਰੋ ਬਣਾਉਣ ਲਈ ਮੋਰਚਾ ਲਾਵਾਂਗੇ। ਸੋ ਮੇਰੀ ਬੇਨਤੀ ਇਹ ਹੈ ਕਿ ਪੰਥ ਨੂੰ ਹੋਰ ਇਸਤੇਮਾਲ ਨਾ ਕਰੋ, ਪੰਥ ਨੇ ਤੁਹਾਡੇ ਨਾਲ ਨਹੀਂ ਖੜਨਾ ਤੇ ਤੁਹਾਨੂੰ ਫਿਰ ਨਮੋਸ਼ੀ ਦੇਖਣੀ ਪੈਣੀ ਹੈ, ਤੇ ਇਹ ਨਮੋਸ਼ੀ ਵਾਲਾ ਆਪਾਂ ਪੰਥ ਨੂੰ ਨਾ ਝੋਕੀਏ। ਆਪਾਂ ਜਵਾਬ ਲੈਣੇ ਬਿਲਕੁਲ। ਪੁਲਿਸ ਸਾਹਿਬ, ਜਿਸ ਮਾਮਲੇ ਤੇ ਆਪਾਂ ਗੱਲ ਕਰ ਰਹੇ ਹਾਂ, ਦੇਖੋ ਪੰਥਕ ਮੁੱਦਾ ਬਹੁਤ ਵੱਡਾ ਹੈ। ਜਦੋਂ ਸਰਕਾਰ ਦਾ ਸਵਾਲ ਹੈ, ਸਰਕਾਰ ਦੇ ਮਾਮਲੇ 'ਚ ਕੋਈ ਵੀ ਨਾਲ ਨਹੀਂ ਖੜਦਾ, ਪਰ ਦੂਜੇ ਪਾਸੇ ਜਦੋਂ ਪੰਥਕ ਮਾਮਲਿਆਂ ਦੀ ਗੱਲ ਆਉਂਦੀ ਹੈ, ਪੰਜੋਲੀ ਜੀ ਨੇ ਕਿਹਾ, ਅਮਰਿੰਦਰ ਜੀ ਨੇ ਕਹੀ ਇਹ ਗੱਲ ਕਿ ਇਸ ਸਥਿਤੀ ਦੇ ਵਿੱਚ ਜਿਹੜੀਆਂ ਸਾਰੀਆਂ ਪੰਥਕ ਧਿਰਾਂ ਅਕਾਲੀ ਦਲ ਜਾਂ ਐਸਜੀਪੀਸੀ ਨਾਲ ਨਹੀਂ ਖੜਨਗੀਆਂ, ਕਿਉਂਕਿ ਪਿਛਲੇ ਸਮੇਂ 'ਚ ਚਾਹੇ ਬੇਅਦਬੀ ਦਾ ਮਾਮਲਾ ਹੋਵੇ, ਚਾਹੇ ਹਰਿਆਣਾ ਕਮੇਟੀ ਦਾ ਮਾਮਲਾ ਹੋਵੇ, ਉਹਨਾਂ ਮੁੱਦਿਆਂ ਦੇ ਜੋ ਸਟੈਂਡ ਲੈਣਾ ਚਾਹੀਦਾ ਸੀ, ਕਹਿੰਦੇ ਉਦੋਂ ਮੋਰਚਾ ਕਿਉਂ ਨਹੀਂ ਲਾਇਆ ਗਿਆ? ਭੁੱਲਰ ਸਾਹਿਬ, ਲੋਕ ਵਿਰੋਧੀ ਭਾਸ਼ਾ ਬੋਲ ਰਹੇ ਨੇ ਜਿਹੜੇ ਬਾਦਲ ਪਰਿਵਾਰ ਦੇ ਜਾਂ ਅਕਾਲੀ ਦਲ ਦੇ ਖਿਲਾਫ ਨੇ, ਜਿਨ੍ਹਾਂ ਦੀ ਸੋਚ ਜਿਹੜੀ ਹੈ ਹਮੇਸ਼ਾ ਇਸ ਗੱਲ 'ਚ ਰਹੀ ਹੈ ਕਿ ਜੀ ਅਸੀਂ ਬਾਦਲਾਂ ਦੇ ਖਿਲਾਫ ਹੈ ਜਾਂ ਅਸੀਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਹੈ। ਸਿਰਫ ਉਹ ਲੋਕ ਬੋਲ ਰਹੇ ਆ, ਉਹ ਇਹ ਨਹੀਂ ਦੱਸ ਰਹੇ ਕਿ ਜਿਹੜਾ ਦਰਬਾਰ ਸਾਹਿਬ ਦੇ ਬਾਹਰ ਐਲਸੀਡੀ ਲੱਗੀਆਂ ਨੇ, ਜਿੱਥੇ ਅੱਜ ਭਗਵੰਤ ਮਾਨ ਦੀ ਸ਼ਕਲ ਹਰ 10 ਮਿੰਟਾਂ ਦੇਖਣ ਨੂੰ ਮਿਲਦੀ ਹੈ, ਉਹਨਾਂ ਬਾਰੇ ਕੀ ਇਹਨਾਂ ਨੇ ਆਵਾਜ਼ ਚੱਕੀ ਕਿ ਉਹ ਇਹ ਦੱਸਣ। ਦਾਦੂਵਾਲ ਵਰਗੇ ਜਿਹੜੇ ਉੱਥੇ ਝੰਡਾ ਚੱਕੀ ਫਿਰਦੇ ਸੀਗੇ, ਅੱਜ ਮੱਖੀ ਨੂੰ ਬਾਹਰ ਕੱਢਦੇ ਆ, ਉਹਦੇ ਬਾਰੇ ਇਹਨਾਂ ਨੂੰ ਕਿਸੇ ਨੇ ਆਵਾਜ਼ ਚੱਕੀ ਹੈ? ਜਿਹੜੇ ਅੱਜ ਵੱਡੀਆਂ ਵੱਡੀਆਂ ਪੰਥਕ ਦੇ ਅਸੀਂ ਸਰਮਾਇਆ ਹੀ ਸਾਡਾ, ਉਹ ਅੱਜ ਦੱਸਣ ਨਸਲਾ ਉੱਥੇ ਕਿਸੇ ਨੇ ਆਵਾਜ਼ ਚੱਕੀ ਹੈ? ਠੀਕ ਹੈ, ਕੁਰਬਾਨੀਆਂ ਦਿੱਤੀਆਂ, ਅਸੀਂ ਮੰਨਦੇ ਹਾਂ, ਉਸ ਟਾਈਮ ਸਾਰਿਆਂ ਨੇ ਦਿੱਤੀਆਂ, ਚਾਹੇ ਪੰਜੋਲੀ ਸਾਹਿਬ ਹੋਣ, ਚਾਹੇ ਅਮਰਿੰਦਰ ਜੀ ਇੱਥੇ ਬੈਠੇ ਆ, ਸਭ ਨੇ ਉਹ ਸਮਾਂ ਜਿਹੜਾ ਹੰਡਾਇਆ, ਅਸੀਂ ਵੀ ਹੰਡਾਇਆ ਉਹ ਸਮਾਂ ਆਪਣੇ ਪਿੰਡਾਂ ਦੇ ਉੱਤੇ। ਲੇਕਿਨ ਅੱਜ ਆਵਾਜ਼ ਚੱਕੀ ਜਾਂਦੀ ਹੈ ਇਹ ਕਹਿ ਕੇ ਬਾਦਲਾਂ ਦਾ ਨਾਂ ਲੈ ਕੇ, ਔਰ ਤੁਸੀਂ ਬਾਦਲਾਂ ਦਾ ਨਾਂ ਲੈ ਕੇ ਤੁਸੀਂ ਆਪਣੀ ਸ਼੍ਰੋਮਣੀ ਕਮੇਟੀ ਜਿਹੜੀ ਹਰਿਆਣੇ 'ਚ ਹੈ ਉਹ ਕਬਜ਼ਾ ਕਰਾਤੀ, ਦਿੱਲੀ ਵਾਲੀ ਕਬਜ਼ਾ ਕਰਾਤੀ, ਉਸ ਤੋਂ ਬਾਅਦ ਹੁਣ ਕੀ ਜਿਹੜੀ ਪੰਜਾਬ ਦੀ ਹੈ ਜਿਹੜੀ ਸ਼੍ਰੋਮਣੀ ਕਮੇਟੀ ਮੇਨ ਹੈ ਉਹਦੀ ਕਬਜ਼ਾ ਕਰਾਉਣਾ ਚਾਹੁੰਦੇ ਹੋ? ਉਹ ਇਹਨਾਂ ਲੋਕਾਂ ਦੇ ਜਿਹੜੇ ਪਸੰਦ ਨੇ, ਜਿਹੜੇ ਪਾਕਿਟ ਨੂੰ ਐਜ਼ ਏ ਟੋਪੀ ਯੂਜ਼ ਕਰਦੇ ਨੇ, ਜਿਹੜੇ ਦਾੜੀ ਦਾ ਮਜ਼ਾਕ ਉਡਾਉਂਦੇ ਨੇ। ਸਾਰੀ ਕਾਂਗਰਸ ਨੇ ਜਿਹੜੀ ਕਿ ਸਿੱਖ ਵਿਰੋਧੀ ਹੈ, ਉਹਨਾਂ ਨੇ ਵੀ ਇਸ ਗੱਲ ਦਾ ਡਟ ਕੇ ਵਿਰੋਧ ਕੀਤਾ ਹੈ। ਬੀਜੇਪੀ ਮੈਂ ਕਹਿੰਦਾ ਸਿੱਖ ਵਿਰੋਧੀ ਹੋਣ ਦੇ ਬਾਵਜੂਦ ਉਹਨਾਂ ਨੇ ਵੀ ਡਟ ਕੇ ਵਿਰੋਧ ਕੀਤਾ ਹੈ। ਲੇਕਿਨ ਜਿਹੜੇ ਸਿੱਖ ਉੱਥੇ ਬੈਠੇ ਨੇ, ਅੱਜ ਉਹਨਾਂ ਨੂੰ ਇੱਕੋ ਚੀਜ਼ ਨਜ਼ਰ ਆ ਰਹੀ ਹੈ ਵੀ ਨਹੀਂ ਜੀ ਬਾਦਲਾਂ ਨੂੰ ਖੁਸ਼ ਕਰਨ ਦੀ ਬਾਦਲਾਂ ਜਨਾਬ ਪੀਸੀ ਸਾਰੀ ਜਗ੍ਹਾ ਦੇ ਉੱਤੇ ਫ੍ਰੀ ਦੇ ਵਿੱਚ ਰਿਲੇ ਕਰਦਾ ਹੈ। ਅਮਰਿੰਦਰ ਸਿੰਘ ਜੀ ਬਾਰ-ਬਾਰ ਕਹਿ ਰਹੇ ਸੀ ਵਪਾਰ ਵਪਾਰ ਵਪਾਰ, ਤੁਸੀਂ ਕਿਤੇ ਵੀ ਦਿਖਾ ਦਿਓ ਜਿੱਥੇ ਕੋਈ ਪੀਡੀਸੀ ਚਾਰਜ ਕਰ ਰਿਹਾ ਹੋਵੇ। ਗੁਰਬਾਣੀ ਦਾ ਜਿਹੜਾ ਪ੍ਰਚਾਰ ਹੈ ਉਹ ਰਿਲੇ ਕੀਤਾ ਜਾਂਦਾ ਹੈ, ਉਹ ਫ੍ਰੀ ਕੀਤਾ ਜਾਂਦਾ ਹੈ। ਭਗਵੰਤ ਮਾਨ ਨੂੰ ਆਪਣੀ ਫੋਟੋ ਚਾਹੀਦੀ ਹੈ ਇਹਦੇ ਵਿੱਚ, ਅੱਜ ਸਮਝਣ ਦੀ ਲੋੜ ਹੈ ਕਿਉਂਕਿ ਸਭ ਤੋਂ ਵੱਧ ਸਿੱਖ ਜਿਹੜੇ ਨੇ ਗੁਰਬਾਣੀ ਨੂੰ ਉੱਚ ਦੇਖਦੇ ਆ, ਔਰ ਭਗਵੰਤ ਮਾਨ ਨੂੰ ਤਕਲੀਫ ਇਹ ਹੈ ਕਿ ਮੇਰੀ ਫੋਟੋ ਨਹੀਂ ਹੁੰਦੀ ਹਰ ਮਿੰਟ ਬਾਅਦ ਉਸ ਪ੍ਰਸਾਰ ਦੇ ਵਿੱਚ। ਔਰ ਜਿੱਦਣ ਇਹ ਸਿੱਧਾ ਹੋ ਗਿਆ ਉਧਰ ਅਮਰਿੰਦਰ ਸਿੰਘ ਜੀ ਤੁਸੀਂ ਵੀ, ਔਰ ਪੰਜੋਲੀ ਸਾਹਿਬ ਤੁਸੀਂ, ਫਿਰ ਅਮਰਿੰਦਰ ਸਿੰਘ ਨੂੰ ਦੇਖਿਆ, ਇਹਨਾਂ ਆਪਣੇ ਭਗਵੰਤ ਮਾਨ ਨੂੰ ਦੇਖਿਆ ਕਰੋਗੇ ਹਰ 10 ਮਿੰਟ ਬਾਅਦ ਗੁਰਬਾਣੀ ਦਾ ਪ੍ਰਚਾਰ ਰੋਕਣ ਵਾਸਤੇ। ਹਰਿਮੰਦਰ ਸਾਹਿਬ ਤੋਂ ਜਿਹੜਾ ਪ੍ਰਸਾਰ ਹੋਇਆ ਕਰੇਗਾ ਹਰ 10 ਮਿੰਟ ਬਾਅਦ ਭਗਵੰਤ ਮਾਨ ਆ ਕੇ ਖੜ ਜਾ ਕਰੂਗਾ, ਕਦੀ ਯੋਗਾ ਕਰਦਾ ਹੋਇਆ, ਕਦੀ ਕੁਛ ਕਰਦਾ ਹੋਇਆ, ਇਹ ਨਜ਼ਰ ਆਇਆ ਕਰੂਗਾ ਫਿਰ ਤੁਹਾਨੂੰ। ਪੁਲਿਸ ਸਾਹਿਬ ਬਿਲਕੁਲ ਭਗਵੰਤ ਮਾਨ ਦੀਆਂ ਨੀਤੀਆਂ ਜੀ ਤੁਹਾਨੂੰ ਅੱਜ ਲੋੜ ਹੈ ਪੰਦਨ ਖੜਨ ਦੀ, ਨਾ ਹੀ ਵਿਰੋਧ ਕਰਨ ਦੀ। ਵਿਰੋਧ ਕਰ ਕਰਕੇ ਤੁਸੀਂ ਆਲਰੇਡੀ ਬਹੁਤ ਕੁਝ ਗਵਾ ਚੁੱਕੇ ਹੋ। ਆਪਾਂ ਜਵਾਬ ਲੈ ਲਈਏ। ਨਹੀਂ, ਸ਼੍ਰੋਮਣੀ ਅਕਾਲੀ ਦਲ ਅਗਰ ਅੱਜ ਮੋਰਚਾ ਲਾਊਗਾ ਤੇ ਕਹਿੰਦੇ ਤੁਰਨਾ ਨਹੀਂ, ਤੁਸੀਂ ਨਾ ਤੁਰਿਓ। ਸ਼੍ਰੋਮਣੀ ਅਕਾਲੀ ਦਲ ਕੋਲ ਅੱਜ ਵੀ ਲੋਕ ਹੈਗੇ ਆ, ਅੱਜ ਵੀ 20% 22% ਲੋਕ ਨਾਲ ਤੁਰਦੇ ਆ, ਤੇ ਜਿੱਦਣ ਮੋਰਚਾ ਲੱਗੂਗਾ ਲਾ ਕੇ ਦਿਖਾ ਦਾਂਗੇ ਅਸੀਂ, ਔਰ ਡਟ ਕੇ ਹਮਾਇਤ ਕਰਾਂਗੇ ਸ਼੍ਰੋਮਣੀ ਕਮੇਟੀ ਦੀ, ਪ੍ਰਧਾਨ ਸਾਹਿਬ ਦੀ। ਅਕਾਲ ਤਖਤ ਤੋਂ ਜਿਹੜਾ ਵੀ ਕੋਈ ਹੁਕਮਨਾਮਾ ਜਾਰੀ ਹੋਊਗਾ ਉਹਦੇ ਡਟ ਕੇ ਹੀ ਸਾਥ ਦੇਵਾਂਗੇ। ਪਰ ਬੇਅਦਬੀਆਂ ਜਿਹੜੀਆਂ ਤੁਸੀਂ ਘਰੋਂਦੇ ਆਪਾਂ ਜਵਾਬ ਲੈ ਲਈਏ। ਪੁਲਿਸ ਸਾਹਿਬ ਬਿਲਕੁਲ ਤੁਹਾਡਾ ਅਹਿਮ ਜਵਾਬ ਹੈ, ਵੱਡੀ ਗੱਲ ਕੀਤੀ ਹੈ ਕਿ ਅਸੀਂ ਡਟ ਕੇ ਖੜਾਂਗੇ। ਦਰਬਾਰ ਸਾਹਿਬ ਕੀ ਹੋਇਆ?
ਓਕੇ ਥੈਂਕ ਯੂ ਤੁਹਾਡੀ ਗੱਲ ਉਹ ਸਭ- ਪੁਲਿਸ ਸਾਹਿਬ ਤੁਹਾਡੀ ਗੱਲ ਆ ਗਿਆ ਤੁਹਾਡਾ ਵੀ ਪਿੰਡ ਆ ਗਿਆ। ਅਮਰਿੰਦਰ ਜੀ ਪੁਲਿਸ ਸਾਹਿਬ ਦਾ ਕਹਿਣਾ ਕਿ ਜੇ ਜੋ ਵੀ ਸੱਦਾ ਆਏਗਾ ਅਕਾਲੀ ਦਲ ਡਟ ਕੇ ਨਾਲ ਖੜੇਗਾ, ਮੋਰਚਾ ਵੀ ਲਾਵਾਂਗੇ, ਜੋ ਵੀ ਹੁਕਮ ਹੋਏਗਾ ਨਾਲ ਖੜਾਂਗੇ। ਉਹ ਕਹਿੰਦੇ ਫਿਰ ਤੁਸੀਂ ਲੱਗਦਾ ਕਿ ਜਿਹੜੀਆਂ ਦੂਜੀਆਂ ਧਿਰਾਂ ਜਿਹੜੀਆਂ ਵਿਰੋਧ ਕਰ ਰਹੀਆਂ ਉਹ ਫਿਰ ਇਸ ਦੇ ਖਿਲਾਫ ਖੜਨੀਆਂ, ਕਬਜ਼ਾ ਕਰਾਉਣਾ ਚਾਹੁੰਦੇ ਹੋ ਕਹਿੰਦੇ ਐਸਜੀਪੀਸੀ ਤੇ ਗੁਰਦੁਆਰਾ ਸਾਹਿਬਾਨ ਤੇ। ਦੇਖੋ ਸਿੱਧੂ ਸਾਹਿਬ, ਇਹ ਜੋ ਮਰਜ਼ੀ ਕਹੀ ਜਾਣ, ਅਸੀਂ ਹਰਿਆਣਾ ਕਮੇਟੀ ਦਾ ਵੀ ਵਿਰੋਧ ਕੀਤਾ ਹੈ ਤੇ ਅਸੀਂ ਹਰ ਥਾਂ ਤੇ ਵਿਰੋਧ ਕੀਤਾ ਹੈ ਤੇ ਭਗਵੰਤ ਮਾਨ ਦੇ ਇਸ ਦਾ ਵੀ ਵਿਰੋਧ ਕੀਤਾ, ਪਰ ਅਸੀਂ ਇਹਨਾਂ ਦਾ ਵੀ ਵਿਰੋਧ ਕਰ ਰਹੇ ਹਾਂ। ਇਹਨਾਂ ਨੂੰ ਇਹ ਬਰਦਾਸ਼ਤ ਨਹੀਂ ਹੈ। ਇਹ ਅੱਜ ਆਪਣੀ ਲੀਡਰਸ਼ਿਪ ਬਦਲਣ, ਅਸੀਂ ਅਕਾਲੀ ਦਲ ਦੇ ਨਾਲ ਹੈ। ਇਹ ਕਿਉਂ ਨਹੀਂ ਲੀਡਰਸ਼ਿਪ ਬਦਲਦੇ? ਪੂਰੇ ਪੰਜਾਬ ਨੇ ਇਹਨਾਂ ਨੂੰ ਨਕਾਰਤਾ ਹੈ। ਅੱਜ ਇਹ ਆਪੋਜੀਸ਼ਨ 'ਚ ਬੈਠਣ ਦੇ ਲਾਇਕ ਨਹੀਂ ਹੈ ਤੇ ਕਹਿੰਦੇ ਪੰਜਾਬ ਸਾਡੇ ਨਾਲ ਹੈ। ਪਬਲਿਕ ਦਾ ਮੈਂਡੇਟ ਤੁਹਾਡੇ ਸਾਹਮਣੇ ਹੈ, ਤੁਹਾਡੇ ਨਾਲ ਸਿਰਫ 3 ਐਮਐਲਏ ਰਹਿ ਗਏ ਹੈ। ਸ਼੍ਰੋਮਣੀ ਅਕਾਲੀ ਦਲ ਦੀ ਹਿਸਟਰੀ ਦੇਖੋ ਤੁਸੀਂ ਕੀ ਹੈ, ਤੇ ਤੁਸੀਂ ਹੋਰ ਕੀ ਜ਼ੀਰੋ ਤੇ ਜਾਣਾ ਚਾਹੁੰਦੇ ਹੋ? ਤਾਂ ਤੁਸੀਂ ਹਟੋਗੇ? ਤੁਸੀਂ ਕਿਉਂ ਨਹੀਂ ਛੱਡ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ? ਪਹਿਲਾਂ ਤੁਸੀਂ ਸ਼੍ਰੋਮਣੀ ਕਮੇਟੀ ਨਹੀਂ ਛੱਡ ਰਹੇ, ਤੁਸੀਂ ਉੱਥੇ ਸਾਰਾ ਵਪਾਰ ਕਰ ਰਹੇ ਹੋ ਆਪਣਾ, ਉਹ ਤੁਸੀਂ ਜੱਫਾ ਮਾਰ ਕੇ ਬੈਠੇ ਹੋ। ਹੁਣ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਜੱਫਾ ਮਾਰਿਆ ਹੋਇਆ, ਤਾਂ ਪਬਲਿਕ ਨੇ ਤੁਹਾਨੂੰ ਨਕਾਰ ਕੇ ਇੱਕ ਪਾਸੇ ਕਰਤਾ ਤੇ ਤੁਸੀਂ ਹਟ ਹੀ ਨਹੀਂ ਰਹੇ। ਅਸੀਂ ਤੁਹਾਨੂੰ ਹੱਥ ਬੰਨ ਕੇ ਕਰੀ ਜਾ ਰਹੇ ਹਾਂ, ਤੁਸੀਂ ਸਾਨੂੰ ਐਵੇਂ ਕਹੀ ਜਾ ਰਹੇ ਕਿ ਅਸੀਂ ਸਭ ਕੁਝ ਕਰਾ ਰਹੇ ਹਾਂ। ਕਰਤਾ ਤੁਸੀਂ ਰਹੇ ਹੋ, ਸਭ ਕੁਝ ਤੁਸੀਂ ਕਰ ਰਹੇ ਹੋ ਮਹਾਰਾਜ। ਪਿਛਲੇ 14-15 ਸਾਲਾਂ ਤੋਂ ਪੰਥ ਦਾ ਜੋ ਨਗਾਰ ਆਇਆ ਉਹਦੇ ਲਈ ਜ਼ਿੰਮੇਵਾਰ ਤੁਸੀਂ ਹੋ, ਤੇ ਇਹਦੀ ਜ਼ਿੰਮੇਵਾਰੀ ਸਾਡੇ ਤੇ ਨਾ ਪਾਓ। ਅਸੀਂ ਤਾਂ ਘਰ ਬੈਠੇ ਹਾਂ। ਜੇ ਕਹਿੰਦੇ ਹੋ ਕਿ ਅਸੀਂ ਬੋਲਣਾ ਵੀ ਸਾਡਾ ਬੰਦ ਤੁਹਾਨੂੰ ਚੁੱਭਦਾ ਹੈ, ਅਸੀਂ ਬੋਲਦੇ ਵੀ ਨਹੀਂ ਹੈ, ਫਿਰ ਤਾਂ ਅਸੀਂ ਮਤਲਬ ਇਹ ਹੋ ਗਿਆ ਵੀ ਇਹਨਾਂ ਦੀ ਆਵਾਜ਼ ਵੀ ਨਾ ਨਿਕਲੇ, ਅਸੀਂ ਭਾਵੇਂ 3 ਤੋਂ 0 ਤੇ ਹੋ ਜਾਈਏ। ਅਮਰਿੰਦਰ ਸਿੰਘ ਦੇ ਟਾਈਮ ਤੇ ਜਿਹੜੀਆਂ ਬੇਅਦਬੀ ਹੋਈ ਉਹਨਾਂ ਵਾਸਤੇ ਬੋਲੋ। ਮੈਂ ਕਹਿੰਦਾ ਅਸੀਂ ਬੋਲਦੇ ਆਂ, ਉਹਨਾਂ ਦੇ ਵਿੱਚ ਬੰਦੇ ਨਹੀਂ ਮਾਰੇ ਗਏ, ਤੁਸੀਂ ਬੰਦੇ ਮਾਰੇ ਆ। ਤੁਸੀਂ ਬੰਦੇ ਮਾਰੇ ਆ ਜਿਹਨਾਂ ਨੇ ਬੇਅਦਬੀ ਦੀ ਪ੍ਰੋਟੈਸਟ ਕੀਤੀ ਆ। ਅਮਰਿੰਦਰ ਸਿੰਘ ਨੇ ਬੰਦੇ ਨਹੀਂ ਮਾਰੇ, ਕਿਸੇ ਬੇਅਦਬੀ ਦੇ ਵਿੱਚ ਬੰਦੇ ਨਹੀਂ ਮਾਰੇ, ਤੁਸੀਂ ਬੰਦੇ ਮਾਰੇ ਆ। ਤੁਸੀਂ ਬੰਦੇ ਅਪਾਹਜ ਵੀ ਕੀਤੇ ਆ। ਤੁਸੀਂ ਸਿੱਖਾਂ ਨੂੰ ਕਿਹਾ ਕਿ ਤੁਸੀਂ ਬੇਅਦਬੀ ਕੀਤੀ ਆ, ਉਹਨਾਂ ਨੂੰ ਫੜ ਕੇ ਤੁਸੀਂ ਅੰਦਰ ਕੀਤਾ, ਫਿਰ ਪਬਲਿਕ ਪ੍ਰੈਸ਼ਰ ਤੁਸੀਂ ਛੱਡਿਆ। ਇਹ ਚੀਜ਼ਾਂ ਸਭ ਕੁਝ ਪਬਲਿਕ ਡੋਮੇਨ 'ਚ ਹੈਗੀਆਂ। ਅਸੀਂ ਹਰੇਕ ਬੇਅਦਬੀ ਦੇ ਖਿਲਾਫ ਬੋਲਦੇ ਹਾਂ, ਅਸੀਂ ਕੋਈ ਬੇਅਦਬੀ ਦੇ ਹੱਕ 'ਚ ਨਹੀਂ ਹੈ। ਸਾਨੂੰ ਗੁਰੂ ਮਹਾਰਾਜ ਤੁਹਾਡੇ ਨਾਲੋਂ ਵੱਧ ਨਹੀਂ ਦਾ ਤੁਹਾਡੇ ਬਰਾਬਰ ਸਤਿਕਾਰ ਅਸੀਂ ਕਰਦੇ ਹਾਂ, ਪਰ ਇਹ ਅਫਸੋਸ ਨਾਲ ਕਹਿਣਾ ਪੈਂਦਾ ਕਿ ਤੁਸੀਂ ਸਿੱਖਾਂ ਨੂੰ ਮਾਰਿਆ, ਤੁਸੀਂ ਸਿੱਖਾਂ ਨੂੰ ਅਪਾਹਜ ਕੀਤਾ ਸਿਰਫ ਇਸ ਗੱਲ ਕਰਕੇ ਕਿ ਸਿੱਖ ਕਹਿ ਰਹੇ ਸੀ ਕਿ ਬੇਅਦਬੀ ਵਾਲੇ ਦੋਸ਼ੀ ਫੜੋ, ਤੇ ਅੱਜ ਤੁਸੀਂ ਕਹਿ ਰਹੇ ਕਿ ਜੀ ਅਸੀਂ ਤਾਂ ਮੋਰਚਾ ਲਾਵਾਂਗੇ। ਲਾ ਲਓ ਮੋਰਚਾ ਭਾਈ, ਤੇ ਸਾਡੀ ਕਿਉਂ ਤੁਸੀਂ ਉਹ ਕਰ ਰਹੇ ਹੋ? ਅਸੀਂ ਤਾਂ ਬੋਲਾਂਗੇ, ਅਸੀਂ ਆਪਣਾ ਤਾਂ ਵਿਊ ਐਕਸਪ੍ਰੈਸ ਕਰਾਂਗੇ ਨਾ ਕਿ ਤੁਸੀਂ ਜ਼ਿੰਮੇਵਾਰ ਹੋ, ਤੁਹਾਡੀ ਲੀਡਰਸ਼ਿਪ ਜ਼ਿੰਮੇਵਾਰ ਹੈ। ਜਦੋਂ ਤੱਕ ਤੁਹਾਡੀ ਲੀਡਰਸ਼ਿਪ ਨਹੀਂ ਹਟੇਗੀ ਅਸੀਂ ਤੁਹਾਡੇ ਨਾਲ ਨਹੀਂ ਖੜ ਸਕਦੇ। ਅਸੀਂ ਤਾਂ ਤੁਹਾਨੂੰ ਇਹੀ ਬੇਨਤੀ ਕਰ ਰਹੇ ਹਾਂ ਕਿ ਪੰਥ ਨੂੰ ਨਾ ਝੋਕੋ, ਪੰਥ ਦਾ ਇਸਤੇਮਾਲ ਨਾ ਕਰੋ। ਤੁਸੀਂ ਪੰਥ ਨੂੰ ਬਹੁਤ ਐਕਸਪਲੋਇਟ ਕਰ ਲਿਆ ਹੈ। ਪਲੀਜ਼ ਫॉर ਹੱਥ ਜੋੜ ਕੇ, ਗॉड ਸੇ ਹੱਥ ਜੋੜ ਕੇ ਬੇਨਤੀ ਹੈ ਕਿ ਹੋਰ ਪੰਥ ਨੂੰ ਤੁਸੀਂ ਨਾ ਇਮਤਿਹਾਨ ਦੇ ਵਿੱਚ ਪਾਓ, ਤੇ ਤੁਸੀਂ ਇੱਕ ਵਿਸ਼ਵਾਸਨ ਦੇ ਦਿਓ ਪੰਜਾਬ ਸਰਕਾਰ ਨੂੰ ਕਿ ਗੁਰਬਾਣੀ ਦਾ ਵਪਾਰ ਨਹੀਂ ਹੋਏਗਾ, ਤੇ ਫਿਰ ਉਹ ਹਟੇਗਾ ਪਿੱਛੇ। ਤੁਸੀਂ ਵਿਸ਼ਵਾਸਨ ਕਿਉਂ ਨਹੀਂ ਦੇ ਰਹੇ? ਆਪਾਂ ਜਵਾਬ ਲੈ ਲਈਏ ਪੁਲਿਸ ਸਾਹਿਬ। ਦਾਦੂਵਾਲ ਵਰਗੇ ਲੋਕ, ਤੁਹਾਡੇ ਵਰਗੇ ਲੋਕ ਨੇ ਜਿਹੜੇ ਗੁੰਮਰਾਹ ਕਰ ਰਹੇ ਨੇ ਲੋਕਾਂ ਨੂੰ। ਤੁਸੀਂ ਪ੍ਰਧਾਨ ਜੀ ਤੋਂ ਵਿਸ਼ਵਾਸਨ ਦਵਾ ਦਿਓ, ਧਾਮੀ ਸਾਹਿਬ ਤੋਂ ਵਿਸ਼ਵਾਸਨ ਦਵਾ ਦਿਓ ਕਿ ਗੁਰਬਾਣੀ ਦਾ ਵਪਾਰ ਨਹੀਂ ਹੋਏਗਾ। ਹੋ ਨਹੀਂ ਸਕਦੇ। ਧਾਮੀ ਸਾਹਿਬ ਤੁਹਾਡੇ ਘਰੇ ਵੀ ਪਹੁੰਚਣ ਤਾਂ ਨਹੀਂ ਸੈਟੀਸਫਾਈ ਹੋ ਸਕਦੇ। ਮੈਂ ਤਾਂ ਕਹਿ ਰਿਹਾ ਵਿਸ਼ਵਾਸਨ ਦਵਾ ਦਿਓ, ਤੁਸੀਂ ਵਿਸ਼ਵਾਸਨ ਦਵਾ ਦਿਓ, ਇੱਕ ਸਟੇਟਮੈਂਟ ਦਵਾ ਦਿਓ ਧਾਮੀ ਸਾਹਿਬ ਤੋਂ ਕਿ ਵਪਾਰ ਨਹੀਂ ਕਰਾਂਗੇ ਗੁਰਬਾਣੀ ਦਾ। ਪੰਜੋਲੀ ਸਾਹਿਬ ਤੋਂ ਜਵਾਬ ਲੈ ਲਈਏ। ਪੰਜੋਲੀ ਸਾਹਿਬ ਵੀ ਸਾਡੇ ਨਾਲ ਬਣੇ ਹੋਏ ਆ। ਪੰਜੋਲੀ ਸਾਹਿਬ, ਵੱਡਾ ਪੰਥਕ ਮੁੱਦਾ ਹੈ। ਇੱਕ ਪਾਸੇ ਜਿਹੜਾ ਹੈਗਾ ਅਕਾਲੀ ਦਲ ਦਾ ਕਹਿਣਾ ਕਿ ਅਸੀਂ ਇਸ ਮੋਰਚੇ ਤੇ ਜੋ ਵੀ ਸਾਨੂੰ ਉਦੇਸ਼ ਆਏਗਾ ਅਸੀਂ ਲੜਾਈ ਲੜਾਂਗੇ। ਦੂਜੇ ਪਾਸੇ ਜੇ ਨਹੀਂ ਜਿਹੜੇ ਜਾ ਰਹੇ, ਜਿਹਦਾ ਵਿਰੋਧ ਕਰ ਰਹੇ ਆ, ਉਹ ਕਹਿੰਦੇ ਫਿਰ ਕੀ ਜਿਹੜਾ ਗੁਰਦੁਆਰਾ ਸਾਹਿਬਾਨ ਤੇ ਜਿੱਦਾਂ ਹਰਿਆਣਾ 'ਚ ਕਬਜ਼ੇ ਹੋਏ ਆ, ਇੱਦਾਂ ਪੰਜਾਬ 'ਚ ਵੀ ਕਬਜ਼ਾ ਕਰਾਉਣਾ ਚਾਹੁੰਦੇ ਆ। ਇਹ ਸਵਾਲ ਉਹਨਾਂ ਪੰਥਕ ਧਿਰਾਂ ਤੇ ਉੱਠ ਰਿਹਾ ਜਿਹੜੀਆਂ ਖੁਦ ਸਵਾਲ ਕਰ ਰਹੀਆਂ। ਪੰਜੋਲੀ ਸਾਹਿਬ। ਭੁੱਲਰ ਸਾਹਿਬ, ये इस किस्म की कहानी है जगतार जी, उल्टा चोर कतवाल को डांटे। देखो सरदार सुखबीर सिंह बादल ने तबाह करता श्रोमणी अकाली दल, श्रोमणी गुरुद्वारा प्रबंधक कमेटी और श्री अकाल तख्त साहब। जिन्नी नफरत अज सुखबीर सिंह बादल के प्रति है, दुनिया भर दे विच उहनूं अकाली दल समझण दा यतन नहीं कर रहा। देखो 2017 की चोण हुई, ये 15 सीटां इन्हां नूं मिलियां। 2022 की चोण हुई 3 मिलियां। संगरूर की चोण हुई 5वें नंबर ते चले गए। जलंधर की चोण हुई 3रे नंबर ते चले गए। ते हले होर की चाहुंदे ने? सारी दुनिया नूं पता है कि जिहड़ा सरसे वाला सौदा साध सी, उहने जिहड़ा सवांग गुरु गोबिंद सिंह पातशाह दा रचाया, ਉਹਨੂੰ ਮਾਫੀਨਾਮਾ ਕਿਹਨੇ ਦਵਾਇਆ? ਸੁਖਬੀਰ ਸਿੰਘ ਬਾਦਲ ਨੇ ਗਿਆਨੀ ਗੁਰਬਚਨ ਸਿੰਘ ਦੀ ਧੌਣ ਤੇ ਗੋਡਾ ਰੱਖ ਕੇ ਚੰਡੀਗੜ੍ਹ ਨੂੰ ਕਿਹਾ ਉਹਨੂੰ ਮਾਫ ਕਰੋ। ਉਹ ਕਹਿੰਦਾ ਰਿਹਾ ਵੀ ਮੈਂ ਮਾਫ ਨਹੀਂ ਕਰ ਸਕਦਾ, ਪੰਥ ਗੁੱਸਾ ਕਰੇਗਾ, ਲੇਕਿਨ ਇਹਨਾਂ ਨੇ ਪਰਵਾਹ ਨਹੀਂ ਕਰੀ। ਸਰਕਾਰ ਦੇ ਨਸ਼ੇ ਵਿੱਚ ਉਹਨੂੰ ਮਾਫੀਨਾਮਾ ਦਵਾਇਆ। ਮੈਂ ਤੇ ਭਾਊ ਸਾਹਿਬ ਨੇ ਵਿਰੋਧ ਕੀਤਾ ਕਿ ਇਹ ਪਾਪ ਨਾ ਕਰੋ, ਤੁਹਾਨੂੰ ਭੁਗਤਣਾ ਪਏਗਾ। ਫਿਰ ਸ਼੍ਰੋਮਣੀ ਕਮੇਟੀ ਦੇ 92 ਲੱਖ ਦੇ ਇਸ਼ਤਿਹਾਰ
ਉਸ ਗੱਲ ਨੂੰ ਜਸਟੀਫਾਈ ਕਰਨ ਲਈ ਕਿ ਹੁਕਮਨਾਮਾ ਬੜਾ ਠੀਕ ਹੈ ਜੀ, ਇਹਦੇ ਨਾਲ ਪੰਜਾਬ ਦੇ ਵਿੱਚ ਸ਼ਾਂਤੀ ਹੋਏਗੀ, ਭਾਈਚਾਰਾ ਮਜ਼ਬੂਤ ਹੋਏਗਾ ਭਾਈਚਾਰਾ, ਤੇ ਉਹ 92 ਲੱਖ ਦੇ ਜਾਰੀ ਕਰਤੇ। ਮੁੜ ਕੇ ਸੰਗਤ ਖੜੀ ਹੋਈ, ਹੁਕਮਨਾਮਾ ਵਿਡਰਾ ਕਰ ਲਿਆ। ਮੈਂ ਭੁੱਲਰ ਸਾਹਿਬ ਤੁਹਾਨੂੰ ਕਹਿਣਾ ਚਾਹੁੰਦਾ, ਜਿਹੜਾ ਤੁਸੀਂ ਬਾਹਲੀ ਵਕਾਲਤ ਕਰਦੇ ਹੋ ਅਕਾਲੀ ਦਲ ਦੀ, ਇਸ ਲੀਡਰਸ਼ਿਪ ਦੀ, ਇਹ ਲੀਡਰਸ਼ਿਪ ਯੋਗ ਨਹੀਂ ਹੈ। ਇੱਥੇ ਦਹੇੜੂ ਪਿੰਡ ਦਾ ਭਾਈ ਅਮਰਜੀਤ ਸਿੰਘ, ਉਹ ਝੂਠੇ ਪੁਲਿਸ ਮੁਕਾਬਲੇ 'ਚ ਸ਼ਹੀਦ ਕਰਤਾ। ਉਹਦੀ ਧਰਮ ਪਤਨੀ, 2 ਉਹਦੇ ਬੱਚੇ ਦਰਬਾਰ ਸਾਹਿਬ ਸ਼ਹੀਦ ਹੋ ਗਏ। ਤੀਸਰਾ ਬੱਚਾ ਉਹਦਾ ਲੁਧਿਆਣੇ ਫੈਕਟਰੀ ਵਿੱਚ ਕੰਮ ਕਰਦਾ ਦਿਹਾੜੀਆਂ। ਉਹਨੂੰ ਕਿਸੇ ਬੰਦੇ ਨੇ ਨਹੀਂ ਪੁੱਛਿਆ। ਮੈਂ 2 ਲੱਖ ਰੁਪਇਆ ਉਸ ਬੰਦੇ ਦੀ ਮਦਦ ਕਰਕੇ ਆਇਆ। ਕਿੰਨੇ ਲੋਕ ਨੇ ਪੰਜਾਬ ਦੀ ਸਰਜ਼ਮੀਨ ਤੇ ਮੈਨੂੰ ਸੁਖਬੀਰ ਸਿੰਘ ਬਾਦਲ ਬਾਹ ਖੜੀ ਕਰਕੇ ਕਹਿ ਦੇਵੇ ਵੀ ਮੈਂ ਕਿਸੇ ਇੱਕ ਸ਼ਹੀਦ ਦੇ ਘਰ 'ਚ ਗਿਆ, ਕਿਸੇ ਇੱਕ ਐਸੇ ਪਰਿਵਾਰ ਦੇ ਘਰ 'ਚ ਗਿਆ ਜਿਹਨੇ ਕੁਰਬਾਨੀ ਕੀਤੀ ਹੈ। ਨਾ ਕੁਰਬਾਨੀ ਕੀਤੀ ਸੁਖਬੀਰ ਸਿੰਘ ਬਾਦਲ ਨੇ, ਨਾ ਕੁਰਬਾਨੀ ਕਿਸੇ ਹੋਰ ਨੇ ਕੀਤੀ। ਜਿਨ੍ਹਾਂ ਨੇ ਕੁਰਬਾਨੀਆਂ ਹੀ ਨਹੀਂ ਕੀਤੀਆਂ, ਜਿਨ੍ਹਾਂ ਨੇ ਜਦੋਜਹਿਦ ਨਹੀਂ ਕੀਤੀ, ਤੇ ਉਹ ਬੰਦੇ ਅਗਵਾਈ ਕਰਦੇ ਨੇ। ਇਲਜ਼ਾਮ ਤੁਸੀਂ ਉਹਨਾਂ ਤੇ ਲਾਉਨੇ ਹੋ ਜਿਨ੍ਹਾਂ ਬੰਦਿਆਂ ਨੇ 14 ਸਾਲ ਜੇਲ੍ਹਾਂ ਵਿੱਚ ਗੁਜ਼ਾਰਤੇ, ਜਿਨ੍ਹਾਂ ਦੇ ਪਰਿਵਾਰਾਂ ਦੇ ਪਰਿਵਾਰ ਜੇਲ੍ਹਾਂ ਵਿੱਚ ਚਲੇ ਗਏ। ਇਹ ਧਮਕੀਆਂ ਨਾ ਦਿਓ ਸਾਨੂੰ ਕਿ ਮਤਲਬ ਕਿ ਇਹ ਪੰਥਕ ਧਿਰਾਂ ਐਂ ਕਰਦੀਆਂ ਨੇ। ਅਸੀਂ ਭਗਵੰਤ ਮਾਨ ਤੇ ਕਰਿੰਦੇ ਨਹੀਂ। ਅਸੀਂ ਭਗਵੰਤ ਮਾਨ ਨੂੰ ਕਹਿ ਤੂੰ ਗਲਤ ਫੈਸਲਾ ਕੀਤਾ, ਪਰ ਫੈਸਲਾ ਅਕਾਲੀ ਦਲ ਦਾ ਵੀ ਗਲਤ ਹੈ, ਫੈਸਲਾ ਸ਼੍ਰੋਮਣੀ ਕਮੇਟੀ ਦਾ ਵੀ ਗਲਤ ਹੈ। ਆਪਾਂ ਜਵਾਬ ਲੈ ਲਈਏ। ਇੱਕ ਪਰਿਵਾਰ ਨੂੰ ਇਹ ਚੈਨਲ ਚਲਾਉਣ ਲਈ ਦੇਣ ਵਾਸਤੇ ਲੈਣਾ ਚਾਹੁੰਦੇ ਆ ਜੀ। ਜੇ ਵਪਾਰ ਚੱਲਦਾ ਤਾਂ ਹੀ ਕਰਦੇ ਆ। ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਕਦੇ ਕਿ ਤੇਰੀਆਂ 600 ਬੱਸਾਂ ਕਿਵੇਂ ਬਣ ਗਈਆਂ, ਤੇਰੇ ਥਾਂ ਤੇ ਹੋਟਲ ਕਿਵੇਂ ਬਣ ਗਏ, ਤੇਰੀਆਂ ਥਾਂ ਤੇ ਕੋਠੀਆਂ ਕਿਵੇਂ ਬਣ ਗਈਆਂ? ਚਲੋ ਪਿੰਡ ਸਾਹਿਬ, ਆਪਾਂ ਮੁੱਦੇ ਤੇ ਗੱਲ ਕਰੀਏ। ਲੈ ਗਏ ਲੋਕ ਪੰਜਾਬ ਨੂੰ, ਕਦੇ ਪੁੱਛਿਆ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਲੁਟੇਰੇ ਨੇ। ਮੈਂ ਸਮਝਦਾ ਪਿੰਡ ਸਾਹਿਬ ਤੁਹਾਡਾ ਵਿਊ ਪੁਆਇੰਟ ਆ ਗਿਆ, ਆਪਾਂ ਜਵਾਬ ਲੈ ਲਈਏ। ਮਿਹਰਬਾਨੀ। ਜਵਾਬ ਤੁਹਾਡੇ ਵਾਲੇ ਪਾਸੇ ਨਹੀਂ ਤਾਂ ਤੁਰਨਾ ਚਾਹੀਦਾ, ਸ਼੍ਰੋਮਣੀ ਕਮੇਟੀ ਦੇ ਪਾਸੇ। ਉਹਨਾਂ ਨੂੰ ਚੋਰ ਫੜਨੇ ਚਾਹੀਦੇ ਤੇ। ਉਹ ਫੜਦਾ ਆਰਬਿਟਰ ਰਿਜ਼ੋਰਟ ਬੱਸਾਂ ਨੂੰ, ਉਹ ਹੋਟਲ ਫੜਦਾ, ਕਿੱਥੋਂ ਪੈਸਾ ਇਕੱਠਾ ਕਰਿਆ। ਫਿਰ ਤੁਹਾਡਾ ਜਵਾਬ ਆ ਗਿਆ। ਭੁੱਲਰ ਸਾਹਿਬ ਤੋਂ ਆਪਾਂ ਜਵਾਬ ਲੈ ਲਈਏ। ਥੈਂਕ ਯੂ ਵੈਰੀ ਮਚ। ਥੈਂਕ ਯੂ ਪਿੰਡ ਸਾਹਿਬ। ਭੁੱਲਰ ਸਾਹਿਬ ਵੱਡੇ ਮਾਮਲੇ ਆ। ਉਹ ਕਹਿ ਰਿਹਾ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਪੰਥਕ ਧਿਰਾਂ ਦੀ, ਪਰ ਅਕਾਲੀ ਦਲ ਦੀ ਲੀਡਰਸ਼ਿਪ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰੇ ਕਿ ਪਿਛਲੇ ਸਮੇਂ 'ਚ ਕੀ ਕੁਝ ਕੀਤਾ ਗਿਆ। ਅਸੀਂ ਕਹਿੰਦੇ ਭਗਵੰਤ ਮਾਨ ਦੇ ਨਾਲ ਨਹੀਂ ਹੈ, ਪਰ ਅਸੀਂ ਉਸ ਲੀਡਰਸ਼ਿਪ ਦੇ ਵੀ ਨਾਲ ਨਹੀਂ ਜਿਹਨੇ ਵੱਡੀਆਂ ਕੁਤਾਹੀਆਂ ਕੀਤੀਆਂ। ਜੀ ਭੁੱਲਰ ਸਾਹਿਬ। ਗੱਲ ਇਸ ਤਰ੍ਹਾਂ ਹੈ ਕਿ ਪੰਜੋਲੀ ਸਾਹਿਬ ਜਦੋਂ 10 ਸਾਲ ਸਰਦਾਰ ਜਾਂ ਉਸ ਤੋਂ ਪਹਿਲਾਂ 5 ਸਾਲ ਸੀ, ਇਹ ਉਸ ਰਾਜ ਦਾ ਮਜ਼ਾ ਲੈਂਦੇ ਰਹੇ। ਜਦੋਂ ਆਪੋਜੀਸ਼ਨ 'ਚ ਆ ਗਏ ਤੇ ਉਹਨਾਂ ਨੂੰ ਢਿੱਡ ਹੋਣ ਲੱਗ ਗਈ, ਦੁੱਖਣ ਲੱਗ ਗਏ। ਫਿਰ ਸੁਖਬੀਰ ਬਾਦਲ ਵੀ ਦੁੱਖਣ ਲੱਗ ਗਏ, ਸਰਕਾਰ ਸਿੰਘ ਰਾਜ ਦੇ ਵਿੱਚ ਜਦੋਂ ਮੈਂ ਸ਼੍ਰੋਮਣੀ ਅਕਾਲੀ ਦਲ ਦਾ, ਮੈਂ ਉਦੋਂ ਵੀ ਸੁਖਬੀਰ ਬਾਦਲ ਦੇ ਖਿਲਾਫ ਬੋਲਿਆ। ਤੁਹਾਡੇ ਵਰਗੇ ਬੰਦੇ ਬੋਲ ਸਕੇ, ਮੈਂ ਬੋਲਿਆ। 15 ਸਾਲ ਮੋਜਾ ਮਾਰ ਕੇ ਤੇ ਹੁਣ ਤੁਸੀਂ ਗੱਲਾਂ ਮਾਰਦੇ ਹੋ। ਹੁਣ ਕਿਉਂਕਿ ਆਪੋਜੀਸ਼ਨ 'ਚ ਬੈਠੇ ਆ। ਜਿੱਦਣ ਸਭ ਤੋਂ ਵੱਧ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਨੂੰ, ਉਦੋਂ ਤੁਸੀਂ ਆਡੇ ਲੈਣ ਲੱਗ ਗਏ। ਜਿੱਦਣ ਸ਼੍ਰੋਮਣੀ ਅਕਾਲੀ ਪਾਵਰ 'ਚ ਸੀਗਾ, ਉਦੋਂ ਤੁਸੀਂ ਪਿਓ ਦਾ, ਨਾਲੇ ਸੁਖਬੀਰ ਦੇ ਪਿਓ ਦਾ, ਤੁਸੀਂ ਉਧਰ ਮੋਜਾ ਮਾਰਦੇ ਸੀ ਨਾ। 10 ਨਹੀਂ ਮਾਰਦੇ ਸੀ। 15 ਸਾਲ ਮੋਜਾ ਮਾਰ ਕੇ, 20 ਸਾਲ ਮੋਜਾ ਮਾਰ ਕੇ ਆਪਣਾ ਦਾੜੀ ਤੇ ਹੁਣ ਗੱਲਾਂ ਆਉਂਦੀਆਂ। ਨਾ ਤੇਰੇ ਸਿਰ ਤੇ ਵਾਲਾ, ਨਾ ਤੇਰੇ ਮੂੰਹ ਤੇ ਮੁੱਛਾ ਕੋਈ। ਤੇ ਫਿਰ ਕੀ ਹੋ ਗਿਆ? ਸੱਚ ਬੋਲਦੇ ਆ। ਸੱਚ ਨਾਲ ਖੜੇ ਆ ਅਸੀਂ। ਅਕਾਲੀ ਦਲ ਹੈ, ਸੱਚ ਨਾਲ ਖੜੇ ਆ ਅਸੀਂ। ਕਿ ਦਾੜੀ ਕੇਸ ਰੱਖ ਕੇ ਗੱਲਾਂ ਕਰਦੇ ਹੋ। ਅੱਜ ਵੀ ਖੜੋ ਨਾ, ਫਿਰ ਝੂਠ ਨਹੀਂ ਬੋਲਦੇ ਤੁਹਾਡੇ ਵੱਲੋਂ। ਸੱਚ ਨਾਲ ਖੜੇ ਆ ਅਸੀਂ। ਕਿਹੜੇ ਪੰਥ ਨਾਲ ਖੜੇ ਆ? ਉਹ ਕਿਹੜੇ ਪੰਥ ਨਾਲ ਖੜਿਆ ਦੱਸਦਾ ਸਹੀ। ਕਿ ਅੱਜ ਅਗਰ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਇਆ ਥੋੜਾ ਤੁਹਾਡੇ ਵਰਗਿਆਂ ਕਰਕੇ, ਤੇ ਤੁਸੀਂ ਭੱਜ ਗਏ। ਉਹ ਤੇਰੇ ਵਰਗੇ ਕਰਕੇ, ਜਿਨ੍ਹਾਂ ਦੇ ਦਾੜੀ ਮੁੱਛੀ ਮੂੰਹ ਤੇ ਐ ਤੇ ਚੋਰਾਂ ਨੇ ਅਕਾਲੀ ਦਲ ਨਹੀਂ ਬਣੇ ਅਸੀਂ। ਅੱਜ ਵੀ ਖੜੇ ਆ ਡਟ ਕੇ। ਜੇ ਅੱਜ ਵੀ ਸ਼ਹੀਦੀ ਦੇਣ ਦੀ ਗੱਲ ਆਊਗੀ ਦਵਾਂਗੇ, ਮੋਰਚਾ ਲਾਉਣ ਦੀ ਗੱਲ ਆਊਗੀ ਤਾਂ ਕਰਾਂਗੇ ਅਸੀਂ। 15 ਸਾਲ ਮੋਜਾ ਲੁੱਟ ਕੇ ਗੱਲਾਂ ਕਰਕੇ ਚੱਲ। ਚਲੋ ਸਾਹਿਬ, ਭੁੱਲਰ ਸਾਹਿਬ ਤੁਹਾਡਾ ਵਿਊ ਪੁਆਇੰਟ ਵੀ ਆ ਗਿਆ। ਨਹੀਂ ਸਿੱਧੂ ਸਾਹਿਬ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਜਿਹੜੇ ਕਕਾਰ ਨੇ ਗੁਰੂ ਸਾਹਿਬ ਦੇ ਬੱਚੇ ਹੋਏ, ਮੈਂ ਉਹਨਾਂ ਤੇ ਕੋਈ ਨਹੀਂ ਕਰਦਾ, ਲੇਕਿਨ ਇਹਨਾਂ ਵਰਗੇ ਭਗੌੜੇ ਨਹੀਂ ਅਸੀਂ। ਜਿੱਦਾਂ ਰਾਜ ਆ ਗਈ ਗੱਲ ਤੁਹਾਡੀ, ਆ ਗਈ ਗੱਲ, ਮਜ਼ੇ ਲਈ ਨਾ ਲੋਕਾਂ ਨੇ। ਆ ਗਈ ਗੱਲ, ਤੁਹਾਡਾ ਵਿਊ ਪੁਆਇੰਟ ਆ ਗਿਆ। ਉਹ ਅਸੀਂ ਤਾਂ ਬਾਦਲ ਦੇ ਰਾਜ ਵਿੱਚ ਕੈਦ ਕੱਟੀ ਆ, ਗੱਲਾਂ ਮਾਰਦਾ।
ਅਸੀਂ ਪੰਥਕ ਬੰਦੇ ਆ, ਪੰਥ ਲਈ ਅਸੀਂ ਲੜੇ ਆ। ਤੇਰੇ ਵਰਗੇ ਲੋਕ ਨਹੀਂ ਲੜ ਸਕੇ। ਤੇਰੇ ਦਾੜੀ ਨਹੀਂ ਅੱਛਾ, ਤੇਰੇ ਮਾਰ ਸਿਰ ਤੇ ਪਿੱਛੇ ਬਾਲ ਪੁੱਤਰ ਨਹੀਂ। ਸਿੰਘ। ਤੂੰ ਪੰਥ ਪੁੱਛ ਦਾ ਲਓ ਤੇਰਾ ਕੌਣ ਪੰਥ ਹੈ। ਹੈ। ਐਵੇਂ ਮਰੀ ਜਾਣਾ। ਜੇ ਤੈਨੂੰ ਨਹੀਂ ਪਤਾ ਤਾਂ ਪੁੱਛ ਲੈ ਨਾਲ ਅਮਰਿੰਦਰ ਸਿੰਘ ਨੂੰ ਪੁੱਛ ਲੈ ਵੀ ਕੌਣ ਹੈ। ਤੁਹਾਡੇ ਮੈਂ ਦੋਨਾਂ ਦੇ ਜਾਣਦਾ ਨਜ਼ਰ ਆ ਗਏ, ਆਪਾਂ ਬਾਕੀ ਮਹਿਮਾਨਾਂ ਤੋਂ ਵੀ ਰਹਿ ਮੈਂ ਲੈਂਗੇ। ਚੰਗੀ ਤਰ੍ਹਾਂ ਫੇਰ ਉਹ ਜਾਣਦਾ, ਬਹੁਤ ਚੰਗੀ ਤਰ੍ਹਾਂ। ਆਪਣੇ ਚਲੋ ਆਪਾਂ ਐਵੇਂ ਆਪਾਂ ਸੁਖਬੀਰ ਬਾਦਲ ਦੇ ਆਪਾਂ ਡੱਲੇ ਮੁੱਦੇ ਤੋਂ ਨਾ ਬਾਹਰ ਨਾ ਜਾਈਏ। ਆਪਾਂ ਮੁੱਦੇ ਤੋਂ ਬਾਹਰ ਨਾ ਜਾਈਏ। ਵੱਡਾ ਭਾਵਕ ਮੁੱਦਾ, ਪੰਥਕ ਮੁੱਦਾ ਮਿਣੋ ਮਿਣੀ ਨਾ ਹੋਈਏ। ਪਰਦੇ ਖੋਲਾਂਗੇ ਫਿਰ ਇਹਨਾਂ ਦੇ ਅਸੀਂ। ਮਿਣੋ ਮਿਣੀ ਨਾ ਹੋਈਏ। ਪੁਲਿਸ ਸਾਹਿਬ ਮਿਣੋ ਮਿਣੀ ਨਾ ਹੋਈਏ। ਤੁਹਾਡੇ ਦੋਨਾਂ ਦੇ ਵਿਊ ਪੁਆਇੰਟ ਆ ਗਏ। ਸ਼੍ਰੋਮਣੀ ਕਮੇਟੀ ਦਾ ਮਸਲਾ, ਸਭ ਭਗਵੰਤ ਮਾਨ ਦਾ ਮਸਲਾ, ਗੱਲ ਉਹਨਾਂ ਨਾਲ ਕਰੇ, ਸਾਡੇ ਨਾਲ ਮਤਲਬ ਕੀ ਇਹਦਾ? ਨਾ ਮਤਲਬ ਕੀ ਹੈ? ਚਲੋ ਤੁਹਾਡੀ ਦੋਨੋਂ ਪੁਲਿਸ ਸਾਹਿਬ ਤੁਹਾਡੀ ਗੱਲ ਵੀ ਆ ਗਈ, ਪਨੋਲੀ ਸਾਹਿਬ ਤੁਹਾਡੀ ਗੱਲ ਵੀ ਆ ਗਈ। ਕੁਲਵਿੰਦਰ ਬੁੱਟਰ, ਮੈਂ ਬੁੱਟਰ ਸਾਹਿਬ ਤੋਂ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਆਪਾਂ ਬੁੱਟਰ ਸਾਹਿਬ ਤੋਂ ਸਵਾਲ ਲੈ ਲਈਏ। ਬੁੱਟਰ ਸਾਹਿਬ, ਵੱਡਾ ਵਖਰੇਵਾਂ ਜਿੱਥੇ ਸਵਾਲ ਹੈ ਸਰਕਾਰ ਦੇ ਨਾਲ ਟਕਰਾਅ ਦਾ, ਕਿਤੇ ਪੰਥਕ ਧਿਰਾਂ ਦੇ ਅੰਦਰ ਵੀ ਵਖਰੇਵੇਂ ਪਏ ਵੀ ਹੈ। ਇਸ ਮੁੱਦੇ ਤੇ ਲੜਾਈ ਲੜਨੀ ਪਈ ਤਾਂ ਫਿਰ ਕਿਵੇਂ ਲੜਾਈ ਲੜੀ ਜਾਏਗੀ? ਤਲਵਿੰਦਰ ਬੁੱਟਰ ਬੀਂਗ ਜਰਨਲਿਸਟ, ਕਿਵੇਂ ਦੇਖਦੇ ਹੋ ਸਥਿਤੀ ਨੂੰ? ਦੇਖੋ ਸਿੱਧੂ ਸਾਹਿਬ, ਜਿੱਥੋਂ ਤੱਕ ਮੇਰਾ ਨਜ਼ਰੀਆ ਹੈ ਕਿ ਜਿਵੇਂ ਹਰ ਇੱਕ ਜਿਸ ਵੀ ਧਾਰਮਿਕ ਜਾਂ ਪੰਥਕ ਮੁੱਦੇ ਦੇ ਅੰਦਰ ਰਾਜਨੀਤੀ ਆ ਜਾਂਦੀ ਹੈ ਨਾ, ਤੇ ਮੈਨੂੰ ਕਦੇ ਲੱਗਿਆ ਨਹੀਂ ਕਿ ਉਹ ਮੁੱਦਾ ਕਿਸੇ ਤਣ ਪੱਤਨ ਕਦੇ ਵੀ ਲੱਗਿਆ ਹੋਵੇ। ਤੁਸੀਂ ਮਿਸਾਲ ਵਜੋਂ ਲੈ ਲਓ ਕਿ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਇਨਸਾਫ ਦੇ ਲਈ ਅਸੀਂ ਪਿਛਲੇ 30 35 40 ਸਾਲ ਤੋਂ ਜਿਹੜਾ ਇਹ ਸੰਘਰਸ਼ ਲੜਦੀਆਂ ਆ ਰਹੀਆਂ ਸਾਡੀਆਂ ਰਾਜਨੀਤਿਕ ਤੇ ਹੋਰ ਜਥੇਬੰਦੀਆਂ, ਪਰ ਅੱਜ ਤੱਕ ਕਿਸੇ ਇੱਕ ਵੀ ਦੋਸ਼ੀ ਨੂੰ ਜਿਹੜਾ ਵਾ ਉਹ ਸਜ਼ਾ ਨਹੀਂ ਮਿਲ ਸਕੀ ਤੇ ਪੀੜਤ ਨੂੰ ਇਨਸਾਫ ਨਹੀਂ ਮਿਲ ਸਕਿਆ। ਕਾਰਨ ਸਿਰਫ ਇਹ ਆ ਕਿ ਅਸੀਂ ਹਮੇਸ਼ਾ ਇਹਨਾਂ ਮੁੱਦਿਆਂ ਨੂੰ ਆਪਣੀਆਂ ਵੋਟਾਂ ਤੱਕ ਜਾਂ ਰਾਜਨੀਤੀ ਕਰਨ ਤੱਕ ਸੀਮਿਤ ਰੱਖਦੇ ਆ। ਸਾਡੇ ਅੰਦਰ ਉਹਨਾਂ ਮਸਲਿਆਂ ਦੇ ਹੱਲ ਲਈ ਜਿਹੜੀ ਆ ਸੰਜੀਦਗੀ ਤੇ ਇਮਾਨਦਾਰੀ ਨਹੀਂ ਹੁੰਦੀ। ਇਸੇ ਤਰ੍ਹਾਂ ਜਿਹੜਾ ਪਿਛਲੇ 7-8 ਸਾਲ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਮੁੱਦਾ ਵੀ ਜਿਹੜਾ ਉਹ ਵੀ ਇੱਕ ਰਾਜਨੀਤੀ ਦੀ ਭੇਟ ਚੜ ਚੁੱਕਿਆ ਆ। 2-3 ਸਰਕਾਰਾਂ ਬਦਲ ਚੁੱਕੀਆਂ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਅਜੇ ਤੱਕ ਕੋਈ ਨਾਮਾਤਰ ਸਜ਼ਾ ਵੀ ਨਹੀਂ ਮਿਲੀ। ਇਸੇ ਤਰ੍ਹਾਂ ਹੁਣ ਜਿਹੜਾ ਇਹ ਨਵਾਂ ਮੁੱਦਾ ਆ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਦੇ ਨੂੰ ਲੈ ਕੇ ਜਿਹੜਾ ਛੋਹਿਆ ਜਾ ਰਿਹਾ, ਮੈਂ ਇੱਕ ਸਿੱਖ ਹੋਣ ਦੇ ਨਾਤੇ ਬੜਾ ਹੀ ਮਹਿਸੂਸ ਕਰਦਾ ਕਿ ਜਿਹੜਾ ਕੀਰਤਨ ਆ ਇਹ ਸਾਡੀ ਰੂਹ ਨਾਲ ਸੰਬੰਧ ਸੀਗਾ। ਹਰਿਮੰਦਰ ਸਾਹਿਬ ਸਾਡੀ ਆਤਮਾ ਤੇ ਕੀਰਤਨ ਸਾਡੀ ਆਤਮਾ ਦੀ ਖੁਰਾਕ ਆ, ਤੇ ਇਹ ਕਿੰਨੀ ਦੁਖਦਾਈ ਗੱਲ ਆ, ਕਿੰਨੀ ਸਾਡੀ ਵਿਡੰਬਣਾ ਆ ਕਿ ਅਸੀਂ ਕੁੱਕੜ ਖੇ ਕਰਨ ਦੇ ਆ ਇਹਨਾਂ ਮੁੱਦਿਆਂ ਦੇ ਉੱਤੇ, ਇੱਕ ਦੂਜੇ ਨੂੰ ਮਿਹਣੋ ਮਿਹਣੀ ਹੋ ਰਹੇ ਆ। ਤੇ ਇਹ ਜਿਹੜਾ ਇਹ ਜਿਹੜੀ ਤਲਵਿੰਦਰ ਬੁੱਟਰ, ਦੇਖੋ ਤਲਵਿੰਦਰ ਬੁੱਟਰ, ਤੁਸੀਂ ਵਿਗੇ ਜਰਨਲਿਸਟ ਬੜਾ ਕਵਰ ਕਰਦੇ ਰਹੇ ਹੋ। ਹੁਣ ਦੇਖੋ ਸਥਿਤੀ ਇਹ ਬਣ ਗਈ, ਤੁਸੀਂ ਕਹਿ ਰਹੇ ਹੋ ਕਿ ਗੁਰਬਾਣੀ ਦੇ ਪ੍ਰਸਾਰਨ ਦਾ ਮੁੱਦਾ ਬੜਾ ਪਵਿੱਤਰ ਮਾਮਲਾ ਹੈ, ਇਹਦੇ ਬਾਰੇ ਕੋਈ ਦੋ ਰਾਏ ਨਹੀਂ, ਪਰ ਪੰਜਾਬ ਵਿਧਾਨ ਸਭਾ ਤੋਂ ਲੈ ਕੇ ਪਿੰਡਾਂ ਦੀਆਂ ਸੱਥਾਂ ਤੱਕ ਇਸ ਮੁੱਦੇ ਤੇ ਬਹਿਸ ਹੋ ਰਹੀ ਹੈ। ਕਿਸ ਪਾਸੇ ਵੱਲ ਨੂੰ ਤੁਰ ਪਈ ਆ ਗੱਲ? ਦੇਖੋ ਸਿੱਧੂ ਸਾਹਿਬ, ਗੱਲ ਇਹ ਆ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਇਹ ਜਿਹੜਾ ਪੰਜਾਬ ਤੇ ਪੰਥ ਦੋਵਾਂ ਦੇ ਹਿੱਤ 'ਚ ਨਹੀਂ ਆ, ਕਿਉਂਕਿ ਪੰਜਾਬ ਪਹਿਲਾਂ ਹੀ ਬਾਰਡਰ ਸਟੇਟ ਹੋਣ ਕਰਕੇ ਤੇ ਦੂਜਾ ਇੱਥੇ ਖੇਤਰੀ ਭਾਵਨਾ ਬੜੀਆਂ ਮੂੰਹ ਜ਼ੋਰ ਨੇ। ਔਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਵੀ ਇੱਕ ਨੈਸ਼ਨਲਿਸਟ ਪਾਰਟੀ ਆ। ਔਰ ਸਿੱਖਾਂ ਦੇ ਅੰਦਰ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਪੰਥਕ ਸੋਚ ਵਾਲੇ ਲੋਕ ਆ, ਜਿਹੜੇ ਅਕਾਲੀ ਦਲ ਦੀਆਂ ਸੱਤਾ ਦੌਰਾਨ ਹੋਈਆਂ ਗਲਤੀਆਂ ਤੋਂ ਜਿਹੜਾ ਉਹਨਾਂ ਦੇ ਵੋਟ ਕੇਡਰ ਸੀਗਾ, ਉਹਨਾਂ ਦਾ ਪੱਕਾ ਵੋਟ ਬੈਂਕ ਸੀ, ਉਹਨਾਂ ਤੋਂ ਟੁੱਟ ਕੇ ਤੇ ਉਹਨਾਂ ਨੇ ਜਿਹੜਾ ਸੱਤਾ ਦੇ ਵਿੱਚ ਵੱਡਾ ਬਦਲਾਅ ਲਿਆਉਣ 'ਚ ਭੂਮਿਕਾ ਨਿਭਾਈ, ਉਹ ਅੱਜ ਆਪਣੇ ਆਪ ਨੂੰ ਠੱਗੇ ਮਹਿਸੂਸ ਕਰ ਰਿਹਾ। ਸੋ ਇਹੋ ਜਿਹੇ ਹਾਲਾਤ 'ਚ ਜੇਕਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਰਾਜਨੀਤਿਕ ਬੇਭਰੋਸਗੀ ਵਾਲਾ ਮਾਹੌਲ ਔਰ ਜੇਕਰ ਇਸ ਤਰ੍ਹਾਂ ਦੀ ਤਣਾਅ ਭਰੀ ਜਿਹੜੀ ਸਥਿਤੀ ਬਣ ਗਈ, ਕਿਉਂਕਿ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਆ ਕਿ ਪੰਥ ਬਨਾਮ ਸਰਕਾਰ ਦਾ ਇਹ ਟਕਰਾਅ ਬਣ ਰਿਹਾ। ਇਹ ਵੱਖਰੀ ਗੱਲ ਆ ਕਿ ਬਾਦਲ ਪਰਿਵਾਰ ਦਾ ਜਿਹੜਾ ਇਸ਼ੂ ਆ ਜਾਂ ਬਾਦਲ ਸਰਕਾਰ ਦਾ ਇਸ਼ੂ ਆ, ਉਹ ਵੱਖਰੀ ਗੱਲ ਆ, ਪਰ ਜਿਹੜਾ ਇੱਥੇ ਮੁੱਦਾ ਬਣ ਰਿਹਾ ਇਹ ਸਿੱਧਾ ਪੰਥ ਨਾਲ ਟਕਰਾਅ ਦਾ ਬਣ ਰਿਹਾ। ਜਿਵੇਂ ਪੰਜੋਲੀ ਸਾਹਿਬ ਨੇ ਵੀ ਗੱਲ ਕੀਤੀ, ਦੂਜੀਆਂ ਬੁਲਾਰਿਆਂ ਨੇ ਵੀ ਗੱਲ ਕੀਤੀ, ਜੇਕਰ ਉਹਨਾਂ ਦੀ ਬਾਦਲ ਪਰਿਵਾਰ ਨਾਲ ਕੋਈ ਸਿਆਸੀ ਟੱਕਰ ਆ ਤਾਂ ਸਿੱਧਾ ਉਹਨਾਂ ਨਾਲ ਨਿਪਟਣ, ਉਹਨਾਂ ਨਾਲ ਗੱਲ ਕਰਨ। ਇਹ ਪੰਥ ਨੂੰ ਵਿੱਚ ਢਾਲ ਬਣਾ ਕੇ ਜਾਂ ਪੰਥ ਦੇ ਧੰਨਵਾਦ ਬੁੱਟਰ ਸਾਹਿਬ, ਆਪਾਂ ਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਧੰਨਵਾਦ, ਤੁਹਾਡਾ ਵਿਊ ਪੁਆਇੰਟ ਆ ਗਿਆ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਪੰਜਾਬ ਤੇ ਪੰਥ ਦੇ ਲਈ ਵੱਡਾ ਮੁੱਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਬਾਣੀ ਦੇ ਪ੍ਰਸਾਰਨ ਨੂੰ ਲੈ ਕੇ ਜੋ ਸੋਧ ਬਿੱਲ ਪਿਛਲੇ ਦਿਨਾਂ 'ਚ ਵਿਧਾਨ ਸਭਾ 'ਚ ਪਾਸ ਕੀਤਾ ਗਿਆ, SGPC ਕਹਿੰਦੀ ਹੈ ਵਾਪਸ ਲਓ। ਸਰਕਾਰ ਕਹਿੰਦੀ ਹੈ ਤੁਸੀਂ ਇੱਕ ਪਰਿਵਾਰ ਨੂੰ ਬਚਾਉਣ ਦੀ ਲੜਾਈ ਲੜ ਰਹੇ ਹੋ। ਕੌਣ ਸਹੀ ਹੈ ਕੌਣ ਗਲਤ ਹੈ, ਬੀਂਗ ਏ ਜਰਨਲਿਸਟ ਇਹ ਫੈਸਲਾ ਮੈਂ ਆਪਣੇ ਦਰਸ਼ਕਾਂ 'ਤੇ ਛੱਡ ਕੇ ਆ ਰਿਹਾ, ਕਿਉਂਕਿ ਨਿਆਂ ਤੇ ਇਨਸਾਫ ਜਦੋਂ ਲੜਾਈ ਲੜੀ ਜਾਏਗੀ ਤਾਂ ਉਹਦੇ 'ਚ ਸਮੁੱਚੇ ਪੰਜਾਬੀਆਂ ਦੀ, ਦੁਨੀਆ ਭਰ 'ਚ ਬੈਠੇ ਪੰਜਾਬੀਆਂ ਦੀ ਅਹਿਮ ਭੂਮਿਕਾ ਹੋਏਗੀ। ਕੌਣ ਸਹੀ ਹੈ ਕੌਣ ਗਲਤ ਹੈ, ਇਹ ਵੱਡਾ ਸਵਾਲ ਆਪਾਂ ਛੱਡ ਕੇ ਤੁਹਾਡੇ ਵੱਲ ਜਾ ਰਹੇ ਹਾਂ
ਇਹਦੇ ਨਾਲ ਹੀ ਜਿਹੜਾ ਮਹਿਮਾਨਾਂ ਤੋਂ ਆਪਾਂ ਲਵਾਂਗੇ ਇਜਾਜ਼ਤ, ਔਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ।